ਸਵਾਗਤ ਹੈ ਜੀ। ਮੈਂ ਸਮੀਪ ਸਿੰਘ ਗੁਮਟਾਲਾ ਇੱਕ ਨਵੀਂ ਗੱਲਬਾਤ ਦੇ ਨਾਲ ਆਪ ਜੀ ਦੇ ਸਾਹਮਣੇ ਹਾਜ਼ਰ ਹਾਂ। ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕੀਰਤਨ ਗੁਰਮਤ ਸੰਗੀਤ। ਗੁਰਮਤ ਸੰਗੀਤ ਅਸੀਂ ਦੇਖਿਆ ਹੁਣ ਕਾਫੀ ਕੋਸ਼ਿਸ਼ਾਂ ਹੋ ਰਹੀਆਂ ਨੇ ਗੁਰਮਤ ਸੰਗੀਤ ਨੂੰ ਰਿਵਾਈਵ ਕਹਿ ਲਓ ਜਾਂ ਹੋਰ ਸੰਗਤਾਂ ਤੱਕ ਪਹੁੰਚਾਉਣ ਦੀਆਂ, ਤਾਂ ਜੋ ਮੁੜ ਤੋਂ ਪਿੱਛੇ ਜੇ ਵੀ ਗੱਲਬਾਤ ਹੋਈ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਉੱਥੇ ਵੀ ਜਿਹੜਾ ਹੈ ਤਾਂਤੀ ਸਾਜ਼ ਤੇ ਗੁਰਮਤ ਸੰਗੀਤ ਰਾਗਾਂ ਵਿੱਚ ਕੀਰਤਨ ਜਿਹੜਾ ਹੈ ਉਸ ਨੂੰ ਮੁੜ ਤੋਂ ਜਿਹੜਾ ਹੈ ਉਹ ਕੀਤਾ ਜਾ ਸਕੇ, ਤੇ ਹੁਣ ਕੀਤਾ ਵੀ ਜਾ ਰਿਹਾ ਹੈ। ਤੇ ਇਸੇ ਸੰਬੰਧ ਵਿੱਚ ਸਾਡੇ ਨਾਲ ਜੁੜੇ ਹਨ ਸਾਡੇ ਮਾਨਯੋਗ ਉਸਤਾਦ, ਤੁਸੀਂ ਉਹਨਾਂ ਨੂੰ ਭਾਈ ਸਤਨਾਮ ਸਿੰਘ ਰਬਾਬ ਵਾਲੇ ਵੀ ਕਈ ਜਣੇ ਇਸ ਤਰ੍ਹਾਂ ਜਾਣਦੇ ਨੇ। ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਗੁਰਮਤ ਸੰਗੀਤ ਕੀ ਹੈ, ਰਾਗ ਨਾਲ ਕੀ ਸੰਬੰਧ ਹੈ, ਤੇ ਕੀਰਤਨ ਕਿਸ ਤਰ੍ਹਾਂ ਸਾਡੀ ਜਿਹੜੀ ਜ਼ਿੰਦਗੀ ਜੀਵਨ ਵਿੱਚ, ਜ਼ਰੂਰੀ ਨਹੀਂ ਹੈ ਕਿ ਅਸੀਂ ਹਮੇਸ਼ਾ ਸੁਣੀਏ ਵੀ, ਕੋਸ਼ਿਸ਼ ਹੈ ਉਹਨਾਂ ਦੀ ਵੀ ਕਿ ਹਰ ਘਰ ਵਿੱਚ ਕੀਰਤਨ ਸੁਣੀਏ, ਕੀਰਤਨ ਗਾਈਏ, ਤੇ ਹਰ ਇੱਕ ਜਾਣਾ ਭਾਵੇਂ ਬੱਚੇ ਹੋਣ ਭਾਵੇਂ ਵੱਡੇ ਹੋਣ ਸਾਰੇ ਰਿਆਜ਼ ਕਰਕੇ ਆਪਣੇ ਜੀਵਨ ਵਿੱਚ, ਤੁਹਾਡਾ ਜੀਵਨ ਵਿੱਚ ਇਹਨੂੰ ਕਿਸ ਤਰ੍ਹਾਂ ਤੁਹਾਡੇ ਜੀਵਨ ਨੂੰ ਵੀ ਬਦਲ ਸਕਦੀ ਹੈ ਗੁਰਬਾਣੀ। ਬਹੁਤ ਸਾਰਿਆਂ ਨੂੰ ਸਾਨੂੰ ਇਸ ਬਾਰੇ ਕਹਿਣ ਦੀ ਲੋੜ ਨਹੀਂ ਹੈ। ਗੁਰਬਾਣੀ ਅਸੀਂ ਸਾਰੇ ਸਵੇਰੇ ਸ਼ਾਮ ਜਦੋਂ ਵੀ ਹਰ ਵੇਲੇ ਨਾਮ ਧਿਆਈਏ ਪ੍ਰਮਾਤਮਾ ਦਾ, ਤੇ ਉਹ ਸਾਡੇ ਜੀਵਨ ਵਿੱਚ ਕਿਸ ਤਰ੍ਹਾਂ ਸੁਧਾਰ ਕਹਿ ਲਓ ਜਾਂ ਕਿਸ ਤਰ੍ਹਾਂ ਸਾਡੇ ਜੀਵਨ ਨੂੰ ਡੇ ਟੂ ਡੇ ਅੱਗੇ ਲੈ ਕੇ ਜਾ ਸਕਦਾ ਹੈ, ਇਸ ਸੰਬੰਧੀ ਗੱਲ ਕਰਾਂਗੇ। ਆਓ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ। ਇਹ ਸਾਡੇ ਨਾਲ ਅੱਜ ਧੰਨਵਾਦ। ਇਹ ਅਮਰੀਕਾ ਇਸ ਸਮੇਂ ਹਨ ਤੇ ਇਹ ਮੈਰੀਲੈਂਡ ਤੋਂ ਸਾਡੇ ਨਾਲ ਜੁੜੇ ਹਨ। ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਵੀਰ ਜੀ, ਥੋੜਾ ਜਿਹਾ ਜਿਸ ਸੰਖੇਪ ਵਿੱਚ ਤੁਸੀਂ ਆਪਣੇ ਬਾਰੇ ਚ ਥੋੜਾ ਜਿਹਾ ਦੱਸੋ, ਤੇ ਫਿਰ ਆਪਾਂ ਸੰਗਤਾਂ ਨਾਲ ਹੋਰ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਜੀ। ਹਾਂਜੀ ਗੁਰਮੁਖ ਪਿਆਰਿਓ, ਪਹਿਲੀ ਤਾਂ ਜੋ ਗੁਰਮਤ ਸੰਗੀਤ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਹੈ, ਤੇ ਗੁਰਮਤ ਸੰਗੀਤ ਜਦੋਂ ਸਿੱਖਿਆ ਹੈ ਉਹ ਅਸੀਂ ਜੋਤੀ ਟਕਸਾਲ ਸਾਡੇ ਉਸਤਾਦ ਜੀ ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਜਿਹੜੇ ਕਿ ਹੁਣ ਇਸ ਟਾਈਮ ਤੇ ਜੰਡਿਆਲਾ ਗੁਰੂ ਵਿਖੇ ਬਾਬਾ ਸੁੱਚਾ ਸਿੰਘ ਗੁਰਮਤ ਸੰਗੀਤ ਅਕੈਡਮੀ ਅਤੇ ਲੁਧਿਆਣਾ ਵਿਖੇ ਗੁਰਮਤ ਸੰਗੀਤ ਅਕੈਡਮੀ ਚਲਾ ਰਹੇ ਹਨ। ਤੇ ਉਹਨਾਂ ਦੇ ਕੋਲੋਂ ਗੁਰਮਤ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਹੈ, ਤੇ ਨਾਲ ਹੀ ਗੁਰਮਤ ਸੰਗੀਤ ਦੀ ਜੋ ਮਾਸਟਰਸ ਅਤੇ ਜੋ ਡਿਪਲੋਮਾ ਇਨ ਗੁਰਮਤ ਸੰਗੀਤ ਉਹ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਡਾਕਟਰ ਗੁਰਨਾਮ ਸਿੰਘ ਹੋਣੀ ਤੇ ਉੱਥੋਂ ਉਹਨਾਂ ਦਾ ਜੋ ਸਟਾਫ ਸੀਗਾ ਸਾਡੇ ਜੋ ਉੱਥੇ ਟੀਚਰ ਸਾਹਿਬਾਨ ਤੋਂ, ਤੇ ਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਮਾਸਟਰਸ ਅਤੇ ਡਿਪਲੋਮਾ ਇਨ ਗੁਰਮਤ ਸੰਗੀਤ ਦੀ ਜੋ ਸਿੱਖਿਆ ਅਤੇ ਜੋ ਸਰਟੀਫਿਕੇਸ਼ਨ ਹੈ ਮੈਂ ਮਾਸਟਰਸ ਉੱਥੋਂ ਕੀਤੀ ਹੈਗੀ। ਤੇ ਉਸ ਤੋਂ ਬਾਅਦ ਫਿਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹੀ ਮੈਨੂੰ ਸਿੰਗਾਪੁਰ ਵਿਖੇ 2007 ਵਿੱਚ ਉੱਥੇ ਮਹਾਰਾਜ ਨੇ ਸੇਵਾ ਬਖਸ਼ੀ, ਜਿੱਥੇ ਕਿ 7 ਸਾਲ ਫਿਰ ਤੰਤੀ ਸਾਜ਼ਾਂ ਦੇ ਨਾਲ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦੇਣ ਦਾ ਦਾਸ ਨੂੰ ਮੌਕਾ ਮਿਲਿਆ, ਜਿੱਥੇ ਕਿ ਬੜੇ ਬੱਚਿਆਂ ਨੇ ਗੁਰਮਤ ਸੰਗੀਤ ਦੀ ਤਾਲੀਮ ਲਈ। ਤੇ ਉਸ ਤੋਂ ਬਾਅਦ ਫਿਰ ਆਸਟ੍ਰੇਲੀਆ ਵਿਖੇ ਵੀ 3 ਸਾਲ ਗੁਰੂ ਸਾਹਿਬ ਨੇ ਬੜੀ ਰਹਿਮਤ ਕੀਤੀ ਹੈ, ਅਪਾਰ ਬਖਸ਼ਿਸ਼ ਦੁਆਰਾ ਕਾਫੀ ਬੱਚਿਆਂ ਨੂੰ ਗੁਰਮਤ ਸੰਗੀਤ ਦੀ ਸਿੱਖਿਆ ਦੇਣ ਦਾ ਮੌਕਾ ਮਿਲਿਆ ਹੈ। ਆਪਣੀ ਜੋ ਸਾਡਾ ਰਿਚ ਟ੍ਰੈਡੀਸ਼ਨ ਹੈ ਉਸ ਨੂੰ, ਜੋ ਸਾਡੀ ਯੰਗ ਜਨਰੇਸ਼ਨ ਹੈ ਉਸ ਤੱਕ ਸਹੀ ਰੂਪ ਦੇ ਵਿੱਚ ਪਹੁੰਚਾਉਣ ਦੇ ਲਈ, ਤਾਂ ਸਹੀ ਰੂਪ ਜਿਹੜਾ ਹੈਗਾ ਉਸ ਦਾ ਕੰਸਰਨ ਗੁਰਮਤ ਸੰਗੀਤ ਦੀ ਜੋ ਮਿਊਜ਼ਿਕ ਸਾਇੰਸ ਹੈ ਉਹਦੇ ਨਾਲ ਹੈ। ਉਸਦੇ ਬਾਰੇ ਆਪਾਂ ਡਿਟੇਲ ਵਿੱਚ ਅੱਗੇ ਗੱਲ ਕਰਾਂਗੇ। ਤੇ 3 ਸਾਲ ਜੀ। ਸਭ ਤੋਂ ਪਹਿਲਾਂ ਮੈਂ ਤੇ ਇਹ ਜਾਣਨਾ ਚਾਹਾਂਗਾ ਕਿ ਤੁਸੀਂ ਗੱਲ ਕਰਦੇ ਗੁਰਮਤ ਸੰਗੀਤ ਜੀ, ਬਹੁਤ ਕਹਿੰਦੇ ਕੀਰਤਨ, ਗੁਰਮਤ ਸੰਗੀਤ ਕੀ ਹੈ, ਆਈਬਿਟ ਕੀ ਇਹਦਾ ਸਿਗਨੀਫੀਕੈਂਸ ਹੈ in the context of Guru Granth Sahib ji as well, ਥੋੜਾ ਉਸ ਬਾਰੇ ਜੇ ਤੁਸੀਂ ਥੋੜਾ ਜਿਹਾ ਜੀ ਜਾਣਕਾਰੀ ਜੀ। ਗੁਰਮਤ ਸੰਗੀਤ ਜੋ ਹੈ ਜੀ, ਉਹ ਵਰਡ ਜਿਹੜਾ ਹੈਗਾ ਉਹ 3 ਸ਼ਬਦਾਂ ਦੇ ਸੁਮੇਲ ਦੇ ਨਾਲ ਬਣਿਆ ਹੈ। ਗੁਰੂ, ਮਤ ਕਹਿੰਦੇ ਨੇ ਪ੍ਰਿੰਸੀਪਲ, ਸਿਧਾਂਤ ਜਿਹਨੂੰ ਅਸੀਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਸੋ ਗੁਰੂ ਸਾਹਿਬ ਜੀ ਦਾ ਸਿਧਾਂਤ ਅਤੇ ਸੰਗੀਤ, ਸੋ ਉਹ ਸੰਗੀਤ ਜਿਹੜਾ ਗੁਰੂ ਸਾਹਿਬ ਜੀ ਦੇ ਸਿਧਾਂਤ ਤੋਂ ਉਪਜਿਆ ਹੋਇਆ, ਸਾਨੂੰ ਕੀਰਤਨ ਕਰਨ ਦੇ ਲਈ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਮਰਿਆਦਾ ਬਖਸ਼ੀ ਹੈ, ਕਿਸੇ ਸ਼ਬਦ ਨੂੰ ਅਸੀਂ ਕਿਸ ਤਰ੍ਹਾਂ ਗਾਉਣਾ ਆ, ਕਿਹੜੀ ਮਿਊਜ਼ਿਕ ਫਾਰਮ ਦੇ ਵਿੱਚ ਗਾਉਣਾ ਆ, ਉਹਦੀ ਕੀਰਤਨ ਸ਼ੈਲੀ ਕਿਹੜੀ ਹੋਣੀ ਚਾਹੀਦੀ ਆ, ਸਾਜ਼ਾਂ ਨੂੰ ਕਿਵੇਂ ਅਸੀਂ ਯੂਜ਼ ਕਰਨਾ ਹੈ, ਤੇ ਉਹ ਸ਼ਬਦ ਦੀ ਜਿਹੜੀ ਰਹਾਉ ਦੀ ਪੁੱਤੀ ਹੈ ਉਸ ਨੂੰ ਕਿਵੇਂ ਅਸੀਂ
ਸਥਾਈ ਬਣਾਉਣਾ ਹੈ, ਇਹ ਜਿਹੜਾ ਸਾਰਾ ਜੋ ਓਵਰਆਲ ਇੱਕ ਜੋ ਕੀਰਤਨ ਦੀ ਇੱਕ ਵਿਧੀਵਤ ਰੂਪ ਜਿਹੜਾ ਹੈ ਉਸ ਨੂੰ ਅਸੀਂ ਗੁਰਮਤਿ ਸੰਗੀਤ ਕਹਿੰਦੇ ਹਾਂ। ਇਹ ਸਿਰਫ ਕਈ ਸੰਗਤਾਂ ਇਸ ਤਰ੍ਹਾਂ ਵੀ ਸੋਚਦੀਆਂ ਨੇ ਕਿ ਜਿਹੜੇ ਰਾਗ ਦੇ ਵਿੱਚ ਸਿਰਫ ਕੀਰਤਨ ਕਰਦੇ, ਇਕੱਲਾ ਰਾਗ ਦੇ ਵਿੱਚ ਕੀਰਤਨ ਕਰਨਾ ਹੀ ਰਾਗਾਤਮਕ ਕੀਰਤਨ ਗੁਰਮਤਿ ਸੰਗੀਤ ਦਾ ਜੋ ਪ੍ਰੋਪਰ ਪਹਿਲੂ ਨਹੀਂ ਹੈ। ਉਸ ਨੂੰ ਅਸੀਂ ਜੋ ਇੱਕ ਪ੍ਰੋਪਰ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਪ੍ਰੈਜੈਂਟੇਸ਼ਨ ਕਹਿੰਦੇ ਹੈਗੇ, ਜੋ ਪ੍ਰੋਪਰ ਕੀਰਤਨ ਦੀ ਜੋ ਮਰਿਆਦਾ ਹੈ ਉਹ ਸਿਰਫ ਰਾਗਾਤਮਕ ਕੀਰਤਨ ਕਰਨਾ ਨਹੀਂ ਹੈ, ਉਹਦੇ ਵਿੱਚ ਵੱਖਰੇ ਵੱਖਰੇ ਹੋਰ ਵੀ ਪਹਿਲੂ ਨੇ। ਰਹਾਉ ਦੀ ਤੁਕ ਨੂੰ ਸਥਾਈ ਬਣਾ ਕੇ ਗਾਉਣਾ, ਸਾਜ਼ਾਂ ਦੇ ਨਾਲ ਕੀਰਤਨ ਕਰਨਾ, ਚਾਰ ਸਿੰਘ ਜਦੋਂ ਬੈਠ ਕੇ ਕੀਰਤਨ ਕਰਦੇ ਨੇ, ਚੌਂਕੀ ਪਰੰਪਰਾ ਜਿਸ ਨੂੰ ਅਸੀਂ ਕਹਿੰਦੇ ਹਾਂ ਉਸ ਨੂੰ ਫੋਲੋ ਕਰਨਾ, ਤੇ ਜੋ ਸਾਡੇ ਮਰਿਆਦਿਤ ਰਾਗਾਤਮਕ ਸ਼ੈਲੀ ਹੈ ਉਸ ਨੂੰ ਫੋਲੋ ਕਰਨਾ। ਉਸ ਤੋਂ ਬਾਅਦ ਜਿਹੜਾ ਸਾਡਾ ਓਵਰਆਲ ਇੱਕ ਸਟਰਕਚਰ ਹੈ ਉਸ ਰਾਗ ਦੇ ਨਾਲ ਸ਼ਬਦ ਦੇ ਰਿਲੇਸ਼ਨ ਨੂੰ ਬਣਾ ਕੇ ਉਸ ਤਰ੍ਹਾਂ ਦੀ ਕੰਪੋਜੀਸ਼ਨ ਨੂੰ ਬਣਾਉਣਾ ਕਿ ਜਿਹੜਾ ਸ਼ਬਦ ਦੇ ਵਿੱਚ ਸ਼ਬਦ ਦੇ ਮੀਨਿੰਗਸ ਨੂੰ ਪ੍ਰਗਟ ਕਰੇ। ਇਹ ਸਾਰੇ ਜੋ ਡਿਫਰੈਂਟ ਐਸਪੈਕਟਸ ਹੈਗੇ ਨੇ ਉਹਨਾਂ ਨੂੰ ਫੋਲੋ ਕਰਦੀ ਹੋਈ ਜੋ ਸਾਡੀ ਪਰੰਪਰਾ ਹੈ ਉਹਨੂੰ ਅਸੀਂ ਗੁਰਮਤਿ ਸੰਗੀਤ ਕਹਿੰਦੇ ਹਾਂ। ਤੇ ਇਹ ਇਹਦਾ ਰੂਪ ਜਿਹੜਾ ਹੈ ਇਹ ਸਾਨੂੰ ਕਿੱਥੋਂ ਮਿਲਦਾ ਹੈ? ਬੜੇ ਲੋਕ ਸਵਾਲ ਪੁੱਛਦੇ ਨੇ ਕਿ ਗੁਰਮਤਿ ਸੰਗੀਤ ਤੁਸੀਂ ਕਹਿੰਦੇ ਤੇ ਹੈ ਪਰ ਉਹ ਕਿੱਥੇ ਲਿਖਿਆ ਆ? ਹਾਂਜੀ, ਅਸੀਂ ਇਹ ਕਹਿੰਦੇ ਹੈਗੇ ਹਮੇਸ਼ਾ ਕਿ ਉਹ ਜੋ ਵੀ ਇੰਸਟਰਕਸ਼ਨਸ ਨੇ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀਆਂ ਨੇ ਉਹ ਸ਼ਬਦ ਦੇ ਟਾਈਟਲ ਦੇ ਵਿੱਚ ਲਿਖਿਆ। ਸਾਨੂੰ ਕਿਸੇ ਸ਼ਬਦ ਨੂੰ ਕਿਸ ਤਰ੍ਹਾਂ ਗਾਉਣਾ ਆ ਇਹ ਸਾਨੂੰ ਟਾਈਟਲ ਦੇ ਵਿੱਚ ਮਿਲਦਾ ਹੈ। ਐਗਜ਼ਾਮਪਲ ਦੇ ਵਿੱਚ ਜਿਸ ਤਰ੍ਹਾਂ ਅਸੀਂ ਸ਼ਬਦ ਪੜ੍ਹਦੇ ਹਾਂ, ਧਨਾਸਰੀ ਮਹੱਲਾ ਪੰਜਵਾਂ ਚੌਪਦੇ, ਹੈ ਨਾ, ਜਾਂ ਧਨਾਸਰੀ ਮਹੱਲਾ ਪੰਜਵਾਂ ਪੜਤਾਲ। ਸੋ ਧਨਾਸਰੀ ਦਾ ਮਤਲਬ ਹੈ ਕਿ ਰਾਗ, ਕਿ ਸ਼ਬਦ ਗੁਰੂ ਸਾਹਿਬ ਜੀ ਨੇ ਸਿੱਧੇ ਰੂਪ ਦੇ ਵਿੱਚ ਸਾਨੂੰ ਕਿਹਾ ਕਿ ਜਦੋਂ ਇਸ ਸ਼ਬਦ ਨੂੰ ਅਸੀਂ ਗਾਉਣਾ ਹੈ ਤਾਂ ਉਹ ਜਿਹੜਾ ਮਿਊਜ਼ਿਕ ਅਸੀਂ ਬਣਾਉਣਾ ਹੈ, ਜਿਹੜਾ ਮਿਊਜ਼ਿਕ ਸਾਨੂੰ ਗੁਰੂ ਸਾਹਿਬ ਜੀ ਨੇ ਆਪ ਦਿੱਤਾ ਹੈ ਕਿ ਇਹ ਸ਼ਬਦ ਨੂੰ ਸਿੱਖ ਸੰਗਤ ਨੇ ਜਦੋਂ ਇਸ ਰਾਗੀ ਸਿੰਘਾਂ ਨੇ ਕੀਰਤਨ ਕਰਨਾ ਹੈ ਤਾਂ ਇਸ ਸ਼ਬਦ ਦਾ, ਇਸ ਸਪੈਸੀਫਿਕ ਸ਼ਬਦ ਦਾ ਕੀਰਤਨ ਇਸ ਟਿਊਨ ਦੇ ਵਿੱਚ ਹੋਣਾ ਚਾਹੀਦਾ। ਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ। ਉਸ ਤੋਂ ਬਾਅਦ ਚੌਪਦੇ ਮਤਲਬ ਚਾਰ ਪਦਿਆਂ ਵਾਲੀ ਬਾਣੀ, ਇੱਕ ਕਾਵ ਰੂਪ ਨਾਲ ਜਿਹੜੇ ਸੰਬੰਧ ਰੱਖਦੇ ਉਹਨਾਂ ਨੂੰ ਪਤਾ ਹੈ ਕਿ ਉਹ ਸਪੈਸੀਫਿਕ ਸ਼ਬਦ ਦੇ ਵਿੱਚ ਚਾਰ ਪਦੇ ਹੁੰਦੇ ਨੇ, ਸਟੈਂਜਾ ਜਿਹਨੂੰ ਅਸੀਂ ਕਹਿੰਦੇ। ਤੇ ਚੌਪਦੇ ਜਿਹੜੀ ਬਾਣੀ ਹੈ ਉਸ ਨੂੰ ਧਰੁਪਦ ਸਟਾਈਲ ਦੇ ਵਿੱਚ ਗਾਇਆ ਜਾਂਦਾ ਹੈ ਤੇ ਨਾਲ ਜਿਹੜੀ ਹੈਗੀ ਆ ਇਹ ਕੀਰਤਨ ਸ਼ੈਲੀ ਨਾਲ ਰਿਲੇਟਡ। ਸੋ ਇਹ ਜਿਵੇਂ ਮੈਂ ਗੱਲ ਕੀਤੀ ਹੈ ਪੜਤਾਲ ਦੀ, ਸੋ ਪੜਤਾਲ ਇੱਕ ਜਿਹੜਾ ਹੈ ਕਲਾਸੀਕਲ ਇੱਕ ਫਾਰਮ ਹੈ ਜਿਸ ਨੂੰ ਗੁਰਮਤਿ ਸੰਗੀਤ ਦੇ ਵਿੱਚ ਜੋ ਸਾਡੇ ਗੁਰੂ ਸਾਹਿਬਾਨ ਜੀ ਨੇ ਸਭ ਤੋਂ ਪਹਿਲੀ ਵਾਰ ਸੰਗੀਤ ਦੇ ਵਿੱਚ ਪੜਤਾਲ ਸ਼ਬਦ ਜਿਹੜਾ ਹੈ ਉਹ ਗੁਰਮਤਿ ਸੰਗੀਤ ਦੇ ਵਿੱਚ ਗੁਰੂ ਸਾਹਿਬ ਜੀ ਨੇ ਵਰਤਿਆ, ਜਿਸ ਦਾ ਮਤਲਬ ਹੈ ਪਰਤ ਤਾਲ, ਡਿਫਰੈਂਟ ਤਾਲਾਂ ਦੇ ਵਿੱਚ। ਹਾਂਜੀ ਜੀ। ਤੇ ਤੁਸੀਂ ਜਿਹੜੀ ਗੱਲ ਕੀਤੀ, ਅਸੀਂ ਹੁਣ ਗੁਰਮਤਿ ਸੰਗੀਤ ਦੀ ਗੱਲ ਕੀਤੀ ਹੈ, ਨਾਲ ਦੀ ਨਾਲ ਹੁਣ ਰਾਗ ਦੀ ਗੱਲ ਸ਼ੁਰੂ ਹੋਈ ਹੈ ਜੀ। ਸੋ ਜੇ ਅਸੀਂ ਰਾਗ ਦੀ ਗੱਲ ਕਰੀਏ ਤੇ ਰਿਲੇਸ਼ਨਸ਼ਿਪ ਜੇ ਅਸੀਂ ਗੱਲ ਕਰੀਏ, ਕੀ ਸੰਬੰਧ ਹੈ ਸ਼ਬਦ ਅਤੇ ਰਾਗ ਵਿੱਚ? ਇਸ ਬਾਰੇ ਜ਼ਰੂਰ ਥੋੜਾ ਜਿਹਾ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰੋ ਕਿ ਸ਼ਬਦ ਤੇ ਰਾਗ ਵਿੱਚ ਕੀ ਸੰਬੰਧ ਹੈ। ਜੀ ਦੇਖੋ ਜੀ, ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਅਸੀਂ ਲੈਣੇ ਹੈਗੇ ਆ ਨਾ, ਦੇਖੋ ਜਿਵੇਂ ਬਸੰਤ ਰਾਗ ਹੈ, ਕਿਉਂਕਿ ਮਲਾਰ ਰਾਗ ਹੈ। ਮਲਾਰ ਰਾਗ ਬਾਰੇ ਸਾਰੀ ਸੰਗਤ ਜਾਣਦੀ ਹੈ, ਆਮ ਸੰਗਤ ਨੂੰ ਵੀ ਪਤਾ ਹੁੰਦਾ ਹੈ, ਇੱਕ ਲੇਮੈਨ ਨੂੰ ਪਤਾ ਕਿ ਮਲਾਰ ਜਿਹੜਾ ਹੈਗਾ ਉਹਦਾ ਰਿਲੇਸ਼ਨ ਮੀਂਹ ਨਾਲ ਹੈ, ਬਾਰਿਸ਼ ਨਾਲ ਹੈ, ਇੱਕ ਮੌਸਮ ਦੇ ਨਾਲ ਸੰਬੰਧਿਤ ਹੈ। ਬਸੰਤ ਦਾ ਮਤਲਬ ਹੁੰਦਾ ਸਪ੍ਰਿੰਗ ਸੀਜ਼ਨ। ਹਾਂਜੀ। ਸੋ ਇਸ ਤੁਹਾਡੇ ਸਵਾਲ ਦਾ ਆਨਸਰ ਸਪਸ਼ਟ ਰੂਪ ਵਿੱਚ ਸਮਝਣ ਦੇ ਲਈ ਸਾਨੂੰ ਇਹਨਾਂ ਦੋਨਾਂ ਜੇ ਅਸੀਂ ਰਾਗ ਦੇ ਵੀ ਫੋਕਸ ਕਰ ਲਈਏ ਤਾਂ ਸਾਨੂੰ ਪੂਰਾ ਕਨਸੈਪਟ ਸਮਝ ਆ ਜਾਏਗਾ। ਸੋ ਬਸੰਤ ਦਾ ਮਤਲਬ ਹੈ ਸਪ੍ਰਿੰਗ ਸੀਜ਼ਨ, ਜਿਸ ਦੇ ਵਿੱਚ ਜਦੋਂ ਨਵੇਂ ਪੱਤੇ ਪੈਦਾ ਹੁੰਦੇ ਨੇ। ਤੋ ਜਿਹੜੀ ਬਾਣੀ ਹੈ ਬਸੰਤ ਰਾਗ ਦੀ, ਉਹ ਬਾਣੀ ਸਾਨੂੰ ਕੀ ਕਹਿੰਦੀ ਹੈ? ਉਹ ਸਾਨੂੰ ਬਾਣੀ ਕਹਿੰਦੀ ਹੈ ਕਿ ਬਨਸਪਤ ਚੜਿਆ ਫੂਲੀ ਬਨ ਰਾਈ, ਇਸ ਮਨ ਕੋ ਬਸੰਤ ਕੀ ਲੱਗਿਆ ਨਾ ਸੋਈ। ਜਿਹੜੀ ਗੁਰਬਾਣੀ ਇਹ ਬਸੰਤ ਦੇ ਬਾਰੇ ਗੱਲ ਕਰ ਰਹੀ ਹੈ ਉਹ ਕਿਸ ਰਾਗ ਦੇ ਵਿੱਚ ਗਾਉਣ ਦੇ ਲਈ ਸਾਨੂੰ ਕਹਿੰਦੀ ਹੈ? ਇਹ ਦੇਖੋ, ਉਹ ਸਾਨੂੰ ਕਿਹਦੇ ਵਿੱਚ ਕਹਿੰਦੀ ਹੈ? ਨਾ ਮਲਾਰ ਦੇ ਵਿੱਚ ਕਹਿ ਰਹੀ ਹੈ, ਨਾ ਭੈਰੋ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਕਿਹਾ, ਨਾ ਸਾਨੂੰ ਰਾਮਕਲੀ ਦੇ ਵਿੱਚ ਕਿਹਾ। ਉਹਨਾਂ ਨੇ ਸਾਨੂੰ ਇਹ ਬਾਣੀ ਬਸੰਤ ਰਾਗ ਦੇ ਵਿੱਚ ਗਾਉਣ ਦੇ ਲਈ ਕਿਹਾ। ਸੋ ਇਹਦਾ ਮਤਲਬ ਜਿਹੜੀ ਬਾਣੀ ਦਾ ਥੀਮ ਜਿਹੜਾ ਹੈ ਉਹ ਰਾਗ ਦੇ ਥੀਮ ਦੇ ਨਾਲ ਮੈਚ ਕਰਨਾ ਚਾਹੀਦਾ। ਤੇ ਜਦੋਂ ਅਸੀਂ ਉਹ ਥੀਮ ਮੈਚ ਨਹੀਂ ਕਰਦੇ, ਮਤਲਬ ਜੇ ਅਸੀਂ ਬਸੰਤ ਰਾਗ ਦੀ ਬਾਣੀ ਨੂੰ ਭੈਰੋ ਰਾਗ ਦੇ ਵਿੱਚ ਗਾਵਾਂਗੇ ਤਾਂ ਮਤਲਬ ਇਹ ਹੋ ਗਿਆ ਕਿ ਅਸੀਂ ਬਸੰਤ ਦਾ ਮਤਲਬ ਹੈ ਖੁਸ਼ੀ, ਖੇੜਾ, ਆਨੰਦ, ਜਿੱਥੇ ਮਨ ਜਿਹੜਾ ਹੈਗਾ ਬਲੂਮ ਦੇ ਵਿੱਚ। ਸੋ ਜੇ ਖੁਸ਼ੀ ਦੀ ਗੱਲ ਅਸੀਂ ਬੈਰਾਗਮਈ ਰੂਪ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹਦਾ ਜਿਹੜਾ ਥੀਮ ਆਪਸ ਦੇ ਵਿੱਚ ਮੈਚ ਨਹੀਂ ਕਰੇ।
ਸੋ ਜਦੋਂ ਥੀਮ ਨਹੀਂ ਮੈਚ ਕਰੇਗਾ ਤੇ ਉਹ ਜਿਹੜੀ ਗੱਲ ਕਹੀ ਗਈ ਹੈ ਉਹਦਾ ਇੰਪੈਕਟ ਘਟ ਜਾਂਦਾ। ਹਾਂਜੀ, ਠੀਕ ਹੈ ਨਾ ਜੀ। ਹਰਿਮੰਦਰ ਸਾਹਿਬ ਵੀ ਜਿਸ ਤਰ੍ਹਾਂ ਹੁਣ ਜੀ ਅਸੀਂ ਫਿਰ 2 ਮਹੀਨੇ ਰਹਿ ਗਏ ਨੇ ਸਾਲ ਖਤਮ ਹੋਣ 'ਚ। ਜੀ ਕੁਝ ਜਦੋਂ ਵੀ ਹਰਿਮੰਦਰ ਸਾਹਿਬ ਜਨਵਰੀ ਤੋਂ ਲੈ ਕੇ, ਜੇ ਮੈਂ ਗਲਤ ਨਾ ਹੋਵਾਂ, ਜਨਵਰੀ ਤੋਂ ਲੈ ਕੇ ਮਾਰਚ ਤੱਕ ਫਿਰ ਇਹ ਜਿਹੜਾ ਬਸੰਤ ਰਾਗ ਹੈ ਉਹਦਾ ਜੀ ਗਾਇਨ ਕੀਤਾ ਜਾਂਦਾ ਹੈ। ਉਹਦਾ ਤੇ ਗਾਇਨ ਇਹਦਾ ਵਿੱਚ ਕੋਈ ਸਮਾਂ ਵੀ ਹੁੰਦਾ ਹੈ ਕਿ ਕਿਸੇ ਸਮੇਂ ਵਿੱਚ ਰਾਗ ਕੋਈ ਦਿਨ ਵੇਲੇ ਜਾਂ ਸ਼ਾਮ ਵੇਲੇ, ਜਾਂ ਕੁਝ ਰਾਗ ਜਿਹੜੇ ਨੇ ਉਹ ਜੀ ਜਿਹੜੇ ਮਰਜ਼ੀ ਸਮੇਂ ਤੇ ਗਾਏ ਜਾ ਸਕਦੇ ਨੇ, ਗਾਇਨ ਕੀਤਾ ਜਾ ਸਕਦਾ ਹੈ? ਹਾਂਜੀ, ਇਹ ਜਿਹੜਾ ਹੈ ਇਹ ਸੰਗੀਤ ਨਾਲ ਭਾਈ ਸਾਹਿਬ ਰਿਲੇਟਡ ਹੈਗਾ। ਇਸ ਤਰ੍ਹਾਂ ਹੁੰਦਾ ਕਿ ਜਿਹੜਾ ਰਾਗ ਹੈ ਉਹਦੇ ਆਪਣੇ ਗਾਉਣ ਦਾ ਇੱਕ ਸਮਾਂ ਹੁੰਦਾ। ਜਿਵੇਂ ਭੈਰੋ ਰਾਗ ਹੈ, ਉਹ ਪ੍ਰਕਿਰਤੀ ਨਾਲ ਉਹਦਾ ਸੰਬੰਧ ਹੈ। ਭੈਰੋ ਦੀ ਜਿਹੜੀ ਪ੍ਰਕਿਰਤੀ ਹੈ ਉਹ ਥੋੜੀ ਗੰਭੀਰ ਪ੍ਰਕਿਰਤੀ ਦਾ ਰਾਗ ਹੈ। ਇਹਦਾ ਮਤਲਬ ਜਿਹੜੀ ਭੈਰੋ ਦੀ ਬਾਣੀ ਹੋਏਗੀ, ਉਸ ਬਾਣੀ ਦੇ ਵਿੱਚ ਸਾਨੂੰ ਗੁਰੂ ਸਾਹਿਬ ਜੀ ਨੇ ਬੜੇ ਜਿਹੜੇ ਸਰੇਨ ਜਿਹੜਾ ਮਿਊਜ਼ਿਕ ਹੈ ਉਹ ਕ੍ਰੀਏਟ ਕਰਕੇ ਉਹ ਬਾਣੀ ਜਿਹੜੀ ਹੈ ਉਸ ਦਾ ਸੰਬੰਧ ਉਸ ਟੌਪਿਕ ਨਾਲ ਗੰਭੀਰਤਾ ਦੇ ਨਾਲ ਉਸ ਦਾ ਸੰਬੰਧ ਹੋਵੇਗਾ। ਜਿਹੜੀ ਸਿੱਧੇ ਸ਼ਬਦਾਂ ਵਿੱਚ ਜੇ ਕਹਿਣਾ ਹੋਵੇ ਤਾਂ ਰਾਗ ਜਿਹੜਾ ਭੈਰੋ ਹੈ ਉਹ ਗੰਭੀਰ ਪ੍ਰਕਿਰਤੀ ਦਾ ਰਾਗ ਹੈ, ਤੇ ਰਾਗ ਉਸ ਭੈਰੋ ਰਾਗ ਦੇ ਵਿੱਚ ਜਿੰਨੀ ਬਾਣੀ ਹੈ ਉਹ ਸਾਰੀ ਗੰਭੀਰ ਪ੍ਰਕਿਰਤੀ ਵਾਲੀ ਹੋਵੇਗੀ। ਸੋ ਜਿਹੜਾ ਤੁਹਾਡਾ ਸਵਾਲ ਹੈ ਕਿ ਉਹਦੀ ਟਾਈਮਿੰਗ, ਸੋ ਗੰਭੀਰ ਪ੍ਰਕਿਰਤੀ ਜਿਹੜੀ ਹੈਗੀ ਆ ਦਿਨ ਦੇ ਵਿੱਚ ਸਾਡੀ ਕਦੋਂ ਹੁੰਦੀ ਹੈ? ਜੇ ਅਸੀਂ ਆਪਾਂ ਆਮ ਗੱਲ ਕਰੀਏ, ਕਦੋਂ ਸਾਡੀ ਗੰਭੀਰ ਪ੍ਰਕਿਰਤੀ ਹੁੰਦੀ ਹੈ? ਜਦੋਂ ਅਸੀਂ ਸਵੇਰੇ ਉੱਠਦੇ ਹਾਂ। ਹਾਂਜੀ ਹਾਂਜੀ, ਜਦੋਂ ਸਵੇਰੇ ਅਸੀਂ ਉੱਠਦੇ ਹਾਂ, ਅਰਲੀ ਮਾਰਨਿੰਗ ਜਿਹੜਾ ਹੈਗਾ ਸਾਡੀ ਜਿਹੜੀ ਪ੍ਰਕਿਰਤੀ ਆ ਉਹ ਅਸੀਂ ਗੰਭੀਰ ਪ੍ਰਕਿਰਤੀ ਨੂੰ ਪਸੰਦ ਕਰਦੇ ਹਾਂ। ਸਾਡਾ ਜਿਹੜਾ ਮਿਊਜ਼ਿਕ ਹੈ ਅਸੀਂ ਸਵੇਰੇ ਸਵੇਰੇ ਬਹੁਤ ਲਾਊਡ ਮਿਊਜ਼ਿਕ ਸੁਣਨਾ ਪਸੰਦ ਨਹੀਂ ਕਰਦੇ। ਇਸ ਕਰਕੇ ਭੈਰੋ ਜਿਹੜਾ ਹੈ ਉਹ ਗੰਭੀਰ ਪ੍ਰਕਿਰਤੀ ਦਾ ਹੈ। ਇਸ ਕਰਕੇ ਭੈਰੋ ਦਾ ਸਮਾਂ ਕਿਹੜਾ ਹੋਣਾ ਚਾਹੀਦਾ? ਹੁਣ ਤੁਸੀਂ ਆਪ ਸਵੇਰ ਦਾ ਹੋਣਾ ਚਾਹੀਦਾ, ਕਿਉਂਕਿ ਸਵੇਰੇ ਦਾ ਸਮੇਂ ਦੇ ਵਿੱਚ ਸਾਡੀ ਗੰਭੀਰ ਪ੍ਰਕਿਰਤੀ ਹੁੰਦੀ ਹੈ। ਇਸ ਕਰਕੇ ਭੈਰੋ ਦਾ ਜਿਹੜਾ ਸਮਾਂ ਹੈ ਉਹ ਸਵੇਰ ਦਾ ਆ। ਉਸ ਤੋਂ ਬਾਅਦ ਬਿਲਾਵਲ ਖੁਸ਼ੀ ਦਾ ਆ, ਤੇ ਜਦੋਂ ਮੂਵਮੈਂਟ ਹੁੰਦੀ ਹੈ, ਮਾਈਂਡ ਫਰੈਸ਼ ਹੁੰਦਾ ਹੈ ਸਾਡਾ ਥੋੜਾ ਜਿਹਾ, ਤੇ ਫਿਰ ਜਿਹੜਾ ਹੈਗਾ ਉਹ ਖੁਸ਼ੀ ਸਵੇਰ ਸਵੇਰੇ ਸਾਡੇ ਅੰਦਰ ਖੁਸ਼ੀ ਜਿਹੜੀ ਆਉਣੀ ਸ਼ੁਰੂ ਹੁੰਦੀ ਹੈ, ਜਿਹਦਾ ਸਮਾਂ ਬਿਲਾਵਲ। ਸੋ ਬਿਲਾਵਲ ਜਿਹੜਾ ਹੈਗਾ ਉਹ ਦਿਨ ਦਾ ਦੂਜਾ ਪਹਿਰ ਹੈ। ਉਸ ਤੋਂ ਬਾਅਦ ਜਿਹੜੇ ਸ਼ਾਮ ਦੇ ਰਾਗ ਨੇ ਉਹਨਾਂ ਵਿੱਚ ਨੀ ਗਾ ਜਿਹੜਾ ਧਾ ਕੁੰਮ ਲੱਗਣਾ ਸ਼ੁਰੂ ਹੋ ਜਾਂਦਾ ਹੈ। ਸੋ ਟਾਈਮ ਦਾ ਜਿਹੜਾ ਹੈਗਾ ਉਹ ਧਿਆਨ ਰੱਖਣਾ ਸਾਨੂੰ ਚਾਹੀਦਾ ਹੈ, ਤਾਂ ਕਿ ਸ਼ਬਦ ਦੇ ਮੀਨਿੰਗ ਸਾਨੂੰ ਪ੍ਰੋਪਰ ਸਮਝ ਆਉਣ, ਅਤੇ ਜਿਹੜਾ ਮਿਊਜ਼ਿਕ ਹੈ ਉਹ ਰਿਲੇਟ ਹੋ ਉਸ ਨਾਲ, ਟਾਈਮ ਦੇ ਨਾਲ ਉਸ ਦਾ ਰਿਲੇਸ਼ਨ ਹੁੰਦਾ ਹੈ। ਜਦੋਂ ਅਸੀਂ ਉਸ ਟਾਈਮ ਦੇ ਵਿੱਚ ਕਿਸੇ ਰਾਗ ਨੂੰ ਗਾਉਂਦੇ ਹਾਂ ਜਿਸ ਦੇ ਵਿੱਚ ਨੀਅਤ ਕੀਤਾ ਗਿਆ, ਤਾਂ ਉਸ ਰਾਗ ਦਾ ਇੰਪੈਕਟ ਜਿਹੜਾ ਹੈ ਉਹ ਵੱਧ ਜਾਂਦਾ ਹੈ। ਇੰਨੀ ਗੱਲ ਹੈ। ਬਹੁਤ ਵਧੀਆ ਜਾਣਕਾਰੀ ਹੈ ਕਿ ਅਸੀਂ ਜਦੋਂ ਬਸੰਤ ਰਾਗ ਜਾਂ ਸੁਣਦੇ ਹਾਂ, ਜਾਂ ਸਾਉਣ ਦੇ ਮਹੀਨੇ ਵਿੱਚ ਰਾਗ ਮਲਹਾਰ ਜਿਹੜੇ ਸ਼ਬਦ ਨੇ, ਹੋਰ ਚੀਜ਼ਾਂ, ਉਹਨਾਂ ਦਾ ਸਮਾਂ ਜਿਹੜਾ ਹੈ ਉਹ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਅਸੀਂ ਪਿੱਛੇ ਜਿਹੇ ਪੜ੍ਹਿਆ ਵੀ ਸੀ ਕਿ ਕਈ ਵਾਰ ਕੁਝ ਜਾਣੇ ਰਾਗ ਗਲਤ ਟਾਈਮ ਤੇ ਕਿਤੇ ਗਾਇਨ ਕੀਤਾ ਗਿਆ, ਜਾਂ ਕੋਈ ਇਸ ਤਰ੍ਹਾਂ ਗੱਲਬਾਤ ਵੀ ਹੋਈ ਸੀ। ਪਰ ਨਾਲ ਦੀ ਨਾਲ ਜੇ ਅਸੀਂ ਗੱਲ ਕਰੀਏ ਗੁਰਮਤਿ ਸੰਗੀਤ ਦੀ, ਤੁਸੀਂ ਰਬਾਬ ਜਿਹੜਾ ਹੈ ਇੱਕ ਸਾਜ਼, ਜਿਹੜਾ ਕੀਰਤਨ ਦੇ ਨਾਲ ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਅਸੀਂ ਇਹ ਸਾਨੂੰ ਜਾਣਕਾਰੀ ਹੈ, ਸਾਨੂੰ ਪਤਾ ਹੈ ਇਤਿਹਾਸ ਵਿੱਚ ਜੀ ਭਾਈ ਮਰਦਾਨਾ ਜੀ ਨਾਲੋਂ ਜਾਂਦੇ ਰਹੇ। ਪੰਕਤੀ ਆਉਂਦੀ, ਛੇੜ ਮਰਦਾਨਿਆ ਰਬਾਬ ਕਾਈ ਸਿਫਤ ਖੁਦਾ ਦੇ ਦੀਦਾਰ ਦੀ। ਹਾਂਜੀ, ਤੇ ਤੁਸੀਂ ਇਹ ਰਬਾਬ ਜਿਹੜਾ ਹੈ ਤੁਸੀਂ ਇਸ ਨੂੰ ਅੱਗੇ ਲੈ ਕੇ ਅੱਜ ਅਸੀਂ ਗੱਲ ਕਰਦੇ ਹਾਂ ਕਿ ਸੰਗੀਤ, ਗੁਰਮਤਿ ਸੰਗੀਤ ਤੇ ਨਾਲ ਫਿਰ ਸਾਜ਼ ਜੀ। ਇਹ ਥੋੜਾ ਜਿਹਾ ਸਾਜ਼ ਬਾਰੇ ਤੇ ਆਪਣੇ ਬਾਰੇ ਵੀ ਤੁਸੀਂ ਜਿਹੜਾ ਇਹ ਰਬਾਬ ਜਿਹੜਾ ਸਿੱਖਿਆ ਹੈ, ਕਿ ਤੁਸੀਂ ਉਸ ਤੋਂ ਪਹਿਲਾਂ ਸ਼ੁਰੂ ਹਾਰਮੋਨੀਅਮ ਤੋਂ ਕੀਤਾ ਜਾਂ ਕਿਸ ਤਰ੍ਹਾਂ ਅੱਗੇ ਲੈ ਕੇ, ਤੇ ਬਹੁਤ ਤੁਸੀਂ ਜਿਸ ਤਰ੍ਹਾਂ ਤੁਸੀਂ ਦੱਸਿਆ ਹੈ ਕਿ ਤੁਸੀਂ ਆਸਟ੍ਰੇਲੀਆ, ਸਿੰਗਾਪੁਰ, ਹੋਰ ਵੀ ਥਾਵਾਂ ਤੇ ਤੁਹਾਡੇ ਸਟੂਡੈਂਟਸ ਨੇ। ਅੱਜ ਇੱਕ ਤੁਸੀਂ ਬੂਟਾ ਜਿਹੜਾ ਹੈ ਉਹ ਬੀਜਿਆ, ਤੇ ਪ੍ਰਿੰਸੀਪਲ ਸਾਹਿਬ ਦੇ ਨਾਲ ਉਹਨਾਂ ਨੇ ਪਹਿਲਾਂ ਤੁਸੀਂ ਉਹਨਾਂ ਕੋਲ ਸਿੱਖਿਆ ਹੈ, ਤੇ ਜ਼ਰੂਰ ਇਸ ਬਾਰੇ ਦੱਸੋ ਕਿ ਸਾਜ਼ ਦਾ ਇਹਨਾਂ ਨਾਲ ਕਿਹੜੇ-ਕਿਹੜੇ ਸਾਜ਼ ਜਿਹੜੇ ਨੇ ਉਹ ਗੁਰਮਤਿ ਸੰਗੀਤ ਵਿੱਚ ਹਨ, ਤੇ ਸਾਨੂੰ ਜੇ ਹੋ ਸਕੇ ਤੇ ਕੁਝ ਸੁਣਾਓ ਜ਼ਰੂਰ। ਜੀ ਜ਼ਰੂਰ ਜੀ। ਹਾਂਜੀ, ਸੋ ਗੁਰਮਤਿ ਸੰਗੀਤ ਦੇ ਵਿੱਚ ਜਿਹੜਾ ਪ੍ਰਥਮ ਸਾਜ਼ ਹੈ ਉਹ ਰਬਾਬ, ਜੋ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਅਰਾਊਂਡ 50 ਈਅਰਸ ਤੱਕ, 50 ਸਾਲ ਤੱਕ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਬਾਬ ਵਜਾਇਆ। ਸੋ ਗੁਰੂ ਸਾਹਿਬ ਜੀ ਇਲਾਹੀ ਬਾਣੀ ਦਾ ਕੀਰਤਨ ਕਰਦੇ, ਬਾਣੀ ਉਚਾਰਦੇ, ਕੀਰਤਨ ਕਰਦੇ, ਤੇ ਭਾਈ ਮਰਦਾਨਾ ਜੀ ਨਾਲ ਰਬਾਬ ਉਹਨਾਂ ਦੇ ਵਜਾਉਂਦੇ। ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸਪੁੱਤਰ ਸ਼ਹਿਜ਼ਾਦਾ ਜੀ, ਉਹਨਾਂ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਬਾਬ ਵਜਾਇਆ। ਸੋ ਰਬਾਬ ਜਿਹੜਾ ਹੈ ਉਹ ਪ੍ਰਥਮ ਸਾਜ਼ ਹੈ। ਸਭ ਤੋਂ ਪਹਿਲਾਂ ਰਬਾਬ ਦੀ ਤੁਣਕ ਛਿੜਦੀ, ਭਾਈ ਮਰਦਾਨਾ ਜੀ ਰਾਗ ਛੇੜਦੇ, ਫਿਰ ਗੁਰੂ ਨਾਨਕ ਸਾਹਿਬ ਜੀ ਬਾਣੀ ਦਾ ਉਚਾਰਨ। ਇਸ ਤੋਂ ਇਲਾਵਾ ਜਿਹੜੇ ਵੱਖਰੇ ਵੱਖਰੇ ਸਾਜ਼ ਨੇ, ਜਿਵੇਂ ਦਲੋਬਾ, ਤਾਊਸ ਹੈ, ਇਸਰਾਜ ਹੈ,
ਸਰੰਗੀ ਹੈ ਸਾਡਾ ਫੋਕ ਪੱਖ ਹੈ, ਕਿਉਂਕਿ ਗੁਰਮਤ ਸੰਗੀਤ ਦਾ ਇੱਕ ਪੱਖ ਜਿਹੜਾ ਹੈਗਾ ਕਲਾਸੀਕਲ ਦਾ ਹੈ, ਦੂਸਰਾ ਪੱਖ ਜਿਹੜਾ ਹੈਗਾ ਫੋਕ ਦਾ ਆ। ਫੋਕ ਸਾਡੇ ਕੋਲ ਰਾਗ ਨੇ, ਸਾਡੇ ਕੋਲ ਫੋਕ ਸਾਜ਼ ਨੇ। ਸੋ ਉਸ ਦੇ ਵਿੱਚ ਇਸਰਾਜ ਸਾਜ਼ ਹੈ, ਤੇ ਜਿਹੜਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਤਾਊਸ ਦੀ, ਹਾਂਜੀ ਤਾਊਸ ਸਾਜ਼ ਹੈ, ਦਿਲਰੂਬਾ ਸਾਜ਼ ਹੈ, ਇਸਰਾਜ ਹੈ, ਸਰੰਗੀ ਆ, ਤੇ ਜੋੜੀ ਆ ਜਿਹਨੂੰ ਅਸੀਂ ਧਾਮਾ ਵੀ ਕਹਿੰਦੇ ਹੈਗੇ। ਸਾਡੇ ਜੋੜੀ ਦਾ ਮਤਲਬ ਦੋ ਪੇਰ ਨੂੰ ਅਸੀਂ ਜੋੜੀ ਕਹਿੰਦੇ। ਸੋ ਇਹ ਜਿਹੜੇ ਸਾਜ਼ ਨੇ, ਇਹਨਾਂ ਸਾਜ਼ਾਂ ਤੋਂ ਇਲਾਵਾ ਜੋ ਜੋ ਜਿਨ੍ਹਾਂ ਦੀ ਪ੍ਰਕਿਰਤੀ ਕੀਰਤਨ ਦੇ ਨਾਲ ਮੈਚ ਕਰਦੀ ਹੈ, ਜਿਹੜੇ ਤਾਰਾਂ ਵਾਲੇ ਸਾਜ਼ ਨੇ, ਸਟ੍ਰਿੰਗ ਇੰਸਟਰੂਮੈਂਟ ਸਾਜ਼ ਨੇ, ਜੋ ਜਿਹੜਾ ਭਾਈ ਸਾਹਿਬ ਪੁਰਾਣਾ ਵਰਡ ਸੀਗਾ ਉਹ ਹੁੰਦਾ ਸੀ ਤੰਦੀ ਸਾਜ਼, ਅਸੀਂ ਇਹਨੂੰ ਕਹਿੰਦੇ ਸੀ ਤੰਦੀ। ਹਾਂਜੀ, ਸੋ ਤੰਦ ਵਾਲੇ, ਜਿਹੜੇ ਤੰਦ ਵਾਲੇ। ਹੁਣ ਤਾਂਤੀ ਹੁਣ ਤੱਤੇ ਤੋਂ ਆ ਰਿਹਾ ਹੈ, ਪਰ ਉਹ ਤੰਦੀ ਜਿਹੜਾ ਸੀ ਦੱਦੇ ਤੋਂ ਸੀ। ਹਾਂ, ਉਹ ਤੰਦੀ ਉਹ ਦੱਦੇ ਨਾਲ ਸੀ, ਹੁਣ ਤੰਤੀ ਆ। ਕਈ ਇਸ ਵਿੱਚ ਵੀ ਕਈ ਜਾਣੇ ਜਿਹੜੇ ਹੈਗੇ ਸਵਾਲ ਪੁੱਛਦੇ ਆ ਕਿ ਤੰਤੀ ਤੇ ਤੰਦੀ ਵਿੱਚ ਕੀ ਫਰਕ ਆ। ਜਿਹੜਾ ਪਹਿਲਾਂ ਮੈਟਲ ਨਹੀਂ ਸੀ ਹੁੰਦਾ। ਸੋ ਮੈਟਲ ਜਿਹੜਾ ਹੈਗਾ ਉਹ ਸਾਲ 150 ਸਾਲ ਤੋਂ ਹੀ ਆਇਆ। ਪੁਰਾਤਨ ਸਮੇਂ ਦੇ ਵਿੱਚ ਜਿਹੜੇ ਗੱਟ ਹੁੰਦੀ ਸੀ ਨਾ, ਗੱਟ, ਅੱਜ ਵੀ ਗੱਟ ਦੇ ਸਟ੍ਰਿੰਗਸ ਮਿਲਦੀਆਂ ਨੇ, ਈਜ਼ੀਲੀ ਅਵੇਲੇਬਲ ਨੇ ਆਨਲਾਈਨ। ਸੋ ਪੁਰਾਣੇ ਟਾਈਮ ਦੇ ਵਿੱਚ ਜਿਹੜੀ ਗੱਟ ਹੁੰਦੀ ਸੀ, ਉਹ ਗੱਟ ਦੀ ਸਟ੍ਰਿੰਗਸ ਬਣਦੀਆਂ ਸੀ। ਸੋ ਜਿਹੜੇ ਸਟ੍ਰਿੰਗਸ ਗੱਟ ਤੋਂ ਬਣਦੀਆਂ ਨੇ, ਤੰਦ ਨਾਲ ਬਣਦੀਆਂ ਨੇ, ਉਹਨੂੰ ਤੰਦੀ ਸਾਜ਼ ਕਹਿੰਦੇ। ਅੱਜ ਕੱਲ੍ਹ ਜਿਹੜਾ ਸਮਾਂ ਚੇਂਜ ਹੋ ਗਿਆ ਹੈ, ਉਹ ਸਮੇਂ ਚੇਂਜ ਹੋਣ ਦੇ ਨਾਲ ਜਿਹੜੇ ਸਟ੍ਰਿੰਗਸ ਨੇ ਉਹ ਅੱਜ ਕੱਲ੍ਹ ਮੈਟਲ ਦੇ ਯੂਜ਼ ਹੋਣ ਲੱਗ ਪਏ। ਸੋ ਜਦੋਂ ਮੈਟਲ ਦੇ ਸਟ੍ਰਿੰਗ ਅਸੀਂ ਯੂਜ਼ ਕਰਦੇ ਹਾਂ, ਉਹਨਾਂ ਨੂੰ ਅਸੀਂ ਤੰਤੀ ਕਹਿੰਦੇ ਹਾਂ, ਸਟ੍ਰਿੰਗ ਇੰਸਟਰੂਮੈਂਟਸ ਤੰਤੀ। ਤੇ ਜਿਹੜੇ ਪੁਰਾਤਨ ਸਮੇਂ 'ਚ ਯੂਜ਼ ਹੁੰਦੇ ਸੀ, ਉਹਨਾਂ ਨੂੰ ਅਸੀਂ ਤੰਦੀ ਸਾਜ਼ ਕਹਿੰਦੇ। ਇਹ ਤੇ ਬਹੁਤ, ਮੈਂ ਪਹਿਲੀ ਵਾਰ ਇਸ ਬਾਰੇ ਜਾਣਕਾਰੀ ਮੈਨੂੰ ਪਰਸਨਲੀ ਮਿਲ ਰਹੀ ਹੈ। ਸੋ ਬਹੁਤ ਅਹਿਮ ਜਾਣਕਾਰੀ ਹੈ ਕਿ ਪਹਿਲਾਂ ਇਹ ਜਿਹੜਾ ਬਣਾਉਣ ਵਾਲਾ ਮਟੀਰੀਅਲ ਉਹ ਡਿਫਰੈਂਟ ਹੁੰਦਾ ਸੀ। ਜੇ ਮੈਂ ਗਲਤ ਨਾ ਹੋਵਾਂ, ਤੁਸੀਂ ਦੱਸਿਆ। ਤੇ ਹੁਣ ਜਿਹੜਾ ਮਟੀਰੀਅਲ ਹੈ, ਜਿਹੜੀਆਂ ਸਟ੍ਰਿੰਗਸ ਨੇ, ਇਹਨਾਂ ਸਾਰਿਆਂ ਵਿੱਚ ਸਟ੍ਰਿੰਗਸ ਜਿਹੜੀਆਂ ਨੇ ਸੇਮ ਯੂਜ਼ ਹੁੰਦੀਆਂ ਜੀ, ਸੇਮ ਮਟੀਰੀਅਲ ਤੋਂ? ਹਾਂਜੀ, ਪੁਰਾਤਨ ਸਮੇਂ ਦੇ ਵਿੱਚ ਤਾਂ ਸੇਮ ਹੁੰਦੀਆਂ ਸੀ ਜੀ। ਅੱਜ ਕੱਲ੍ਹ ਥੋੜਾ ਫਰਕ ਪੈ ਗਿਆ, ਕਿਉਂਕਿ ਸਮੇਂ ਦੇ ਨਾਲ ਹਰ ਚੀਜ਼ ਚੇਂਜ ਹੋ ਰਹੀ ਹੈ। ਸੋ ਜਿਵੇਂ ਕੀਰਤਨ ਦੀ ਥੋੜੀ ਜਿਹੀ ਮਰਿਆਦਾ, ਸਟਾਈਲ ਚੇਂਜ ਹੋ ਰਿਹਾ, ਕਿਉਂਕਿ ਮੈਂ ਇਹ ਵੀ ਇੱਥੇ ਅਸੀਂ ਐਕਸੈਪਟ ਕਰਦੇ ਹਾਂ ਕਿ ਸਮੇਂ ਦੇ ਨਾਲ ਕੀਰਤਨ ਦੀ ਜਿਹੜੀ ਸਟਾਈਲ ਹੈ ਸਾਡਾ, ਉਹ ਵੀ ਚੇਂਜ ਹੋ ਗਿਆ। ਹਾਂਜੀ, ਜਿਸ ਤਰ੍ਹਾਂ ਹਾਰਮੋਨੀਅਮ ਅਸੀਂ ਪਿੱਛੇ ਜੇ ਆਇਆ ਵੀ ਸੀ ਕਿ ਉਹਨਾਂ ਦੀ ਕੋਸ਼ਿਸ਼ ਹੈ ਕਿ ਹਰਿਮੰਦਰ ਸਾਹਿਬ ਸਾਰੇ ਜਿਹੜੇ ਸਾਜ਼ ਨੇ ਉਹਨਾਂ ਨਾਲ ਕੀਰਤਨ ਫਿਰ ਮੁੜ ਤੋਂ ਸ਼ੁਰੂ ਹੋਵੇ। ਤੇ ਮੈਂ ਕਹਾਂਗਾ ਕਿ ਇਹ ਹੋ ਵੀ ਰਿਹਾ ਹੈ, ਕਾਫੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਹੈ। ਤੁਹਾਡੇ ਵਰਗੇ ਜਿਹੜੇ ਅਸੀਂ ਕਹਾਂਗੇ ਯੰਗ ਜਿਹੜੇ ਹੁਣ ਆ ਰਹੇ ਨੇ ਸਾਰੇ, ਉਹ ਕਾਫੀ ਉਹਨਾਂ ਨੂੰ ਅਡਾਪਟ ਕੀਤਾ ਜਾ ਰਿਹਾ ਹੈ। ਤੇ ਜ਼ਰੂਰ ਜੇ ਥੋੜਾ ਜਿਹਾ ਤੁਸੀਂ ਰਬਾਬ ਬਾਰੇ ਥੋੜਾ ਦੱਸਿਆ ਹੈ, ਪਰ ਜੇ ਅਸੀਂ ਥੋੜਾ ਸੁਣ ਵੀ ਸਕੀਏ ਤੇ ਥੋੜਾ ਗੁਰਬਾਣੀ ਦਾ ਤੁਹਾਡੇ ਨਾਲ ਆਨੰਦ ਥੋੜੀ ਦੇਰ ਬਰੀਫਲੀ ਸੁਣਾਓ ਜੀ। ਹਾਂਜੀ, ਬਿਲਕੁਲ ਜੀ, ਬਿਲਕੁਲ ਆਪਾਂ ਰਬਾਬ ਵਜਾਉਂਦੇ ਹਾਂ ਜੀ। ਸੋ ਇਹ ਜਿਹੜੀ ਤੁਸੀਂ ਤਾਨਪੁਰੇ ਦੀ ਆਵਾਜ਼ ਸੁਣ ਰਹੇ ਹੋ, ਇਹਨੂੰ ਤਾਨਪੁਰਾ ਕਹਿੰਦੇ ਆ। ਇਹ ਡਰੋਨ ਇੰਸਟਰੂਮੈਂਟ ਹੁੰਦਾ ਹੈ। ਕਿਸੇ ਸਾਜ਼ ਨੂੰ ਵਜਾਉਣ ਦੇ ਲਈ ਸਾਨੂੰ ਇੱਕ ਬੇਸ ਚਾਹੀਦਾ ਹੁੰਦਾ ਹੈ। ਮਤਲਬ ਜਿਵੇਂ ਬੇਸਿਕ ਸਾਊਂਡ ਜਿਹਦੇ ਨਾਲ ਅਸੀਂ ਮੈਚ ਕਰਨਾ ਹੁੰਦਾ, ਉਸ ਨੂੰ ਸੁਰ ਮਿਲਾਉਣ ਦੇ ਲਈ ਸਾਨੂੰ, ਮੈਂ ਥੋੜਾ ਜਿਹਾ ਕੈਮਰਾ ਨੀਚੇ ਕਰਾਂਗਾ, ਹੋ ਸਕਦਾ ਕਿ ਥੋੜੀ ਵੀਡੀਓ ਨਾ ਆਵੇ। ਤੇ ਇਹ ਰਬਾਬ ਹਾਂਜੀ, ਜਿਹੜੀਆਂ ਇਹ ਸਟ੍ਰਿੰਗ ਤੁਸੀਂ ਹੁਣ ਮੈਂ ਵਜਾ ਰਿਹਾ ਜੀ, ਇਹ ਜਿਹੜਾ ਹੈਗਾ, ਇਹ ਸ਼ੂਗਰ ਕੇਨ ਫਾਈਬਰ ਜਿਹੜਾ ਹੁੰਦਾ, ਉਹਦੀਆਂ ਬਣੀਆਂ ਹੋਈਆਂ ਨੇ। ਇਹ ਸਪੈਸ਼ਲ ਇਟਲੀ ਤੋਂ ਅਸੀਂ ਮੰਗਵਾਉਂਦੇ ਹਾਂ। ਸੋ ਸਾਊਂਡ ਜਿਹੜੀ ਹੈਗੀ ਉਹ ਗੰਭੀਰ ਪ੍ਰਕਿਰਤੀ ਦੀ ਹੋਣੀ ਚਾਹੀਦੀ, ਕਿਉਂਕਿ ਜੋ ਸਾਡਾ ਕੀਰਤਨ ਦਾ ਸਟਾਈਲ ਹੈ ਉਹ ਥੋੜਾ ਜਿਹਾ ਗੰਭੀਰ ਪ੍ਰਕਿਰਤੀ ਦਾ ਅਸੀਂ ਕੀਰਤਨ, ਕਿਉਂਕਿ ਇਹ ਥੋੜਾ ਜਿਹਾ ਜਿਵੇਂ ਗੁਰਬਾਣੀ ਵਿੱਚ ਵੀ ਤੁਕ ਆਉਂਦੀ ਆ ਕਿ ਸਹਿਜੇ ਗਾਵਿਆ ਥਾਏ ਪਵੈ ਬਿਨ ਸਹਿਜੇ ਕਥਨੀ ਬਾਤ। ਜਿਹੜਾ ਕੀਰਤਨ ਹੈ ਉਹ ਸਹਿਜ ਦਾ ਮਾਰਗ ਆ। ਸੋ ਉਸ ਦੇ ਲਈ ਜ਼ਿਆਦਾ ਹਾਈਪ ਜਿਹੜਾ ਹੈਗਾ ਨਾ, ਉਹ ਲਾਊਡ ਵਾਲਾ, ਜ਼ਿਆਦਾ ਕ੍ਰਿਸਪ ਸਾਊਂਡ ਚੰਗੀ ਨਹੀਂ ਹੁੰਦੀ। ਇਸ ਕਰਕੇ ਅਸੀਂ ਇਹਦੀ ਜਿਹੜੀ ਟੋਨ ਆ, ਉਹ ਫਾਈਬਰ, ਸ਼ੂਗਰ ਕੇਨ ਫਾਈਬਰ ਦਾ ਇਹ ਸਟ੍ਰਿੰਗਸ ਮਿਲਦੀਆਂ ਨੇ, ਉਹ ਅਸੀਂ ਪਾ ਕੇ, ਤਾਂ ਕਿ ਉਹਦੀ ਪ੍ਰਕਿਰਤੀ ਜਿਹੜੀ ਗੰਭੀਰ ਬਣਦੀ ਰਹੇ। ਤੋ ਅਸੀਂ ਉਹ ਸਾਜ਼ਾਂ ਦੇ ਬਾਰੇ, ਜਿਹੜੇ ਡਿਫਰੈਂਟ ਹੋਰ ਸਾਜ਼ ਨੇ, ਉਹਨਾਂ ਬਾਰੇ ਵੀ ਗੱਲ ਕਰਾਂਗੇ, ਤੇ ਕਿਵੇਂ ਅਸੀਂ ਉਹਨੂੰ ਗੁਰਮਤਿ ਸੰਗੀਤ ਯੂਜ਼ ਕਰਦੇ ਹਾਂ ਉਹਦੇ ਬਾਰੇ। ਹਾਂਜੀ,
ਸੋ ਜਿਹੜਾ ਇਹ ਰਬਾਬ ਸਾਜ਼ ਹੈ ਇਹ ਪਲਕਿੰਗ ਇਨਸਟਰੂਮੈਂਟ ਹੈ। ਧੰਨਵਾਦ ਜੀ, ਬਹੁਤ ਵਧੀਆ। ਤੁਸੀਂ ਇੰਨਾ ਸੁਰੀਲਾ ਜਿਹੜਾ ਇਹ ਸੁਣਾਇਆ ਰਬਾਬ, ਅਸੀਂ ਵੀ ਤੁਹਾਨੂੰ ਸੁਣ ਰਹੇ ਆ ਰਹੇ। ਤੁਸੀਂ ਬਹੁਤ ਵਧੀਆ ਨਾਲ ਕੀਰਤਨ ਗਾਇਨ ਕਰਦੇ ਜੇ ਨਾਲ ਤੇ ਹੋਰ ਵੀ ਜਿਹੜੇ ਸਾਜ਼ ਨੇ, ਕਿ ਤੁਸੀਂ ਸਾਰੀ ਜਿਹੜੀ ਦੀ ਐਜੂਕੇਸ਼ਨ ਹੈ ਜਿਹੜੀ ਇਹ ਸਾਜ਼ਾਂ ਦੀ, ਇਹ ਤੁਸੀਂ ਨਾਲ ਦੀ ਨਾਲ ਰਬਾਬ ਵੀ, ਤੁਸੀਂ ਦਿਲਰੂਬਾ ਵੀ ਸਾਰੇ ਵਜਾ ਲੈਂਦੇ, ਤੇ ਉਹ ਤੁਸੀਂ ਸਾਰੀ ਸਿੱਖਿਆ ਜਿਹੜੀ ਹੈ ਇਹ ਉੱਥੋਂ ਹੀ ਲਈ ਹੈ ਕਿ ਐਜ਼ ਤੁਹਾਡੀ ਜੋ ਪ੍ਰੋਗਰੈਸ ਹੁੰਦੀ ਗਈ ਤੁਸੀਂ ਉਹਨੂੰ ਹੌਲੀ ਸਿੱਖਦੇ ਗਏ ਸਾਰਿਆਂ ਨੂੰ? ਹਾਂਜੀ, ਜਿਹੜੇ ਆਪਣੇ ਦੂਜੇ ਸਾਜ਼ ਜਿਨ੍ਹਾਂ ਦੀ ਆਪਾਂ ਪਹਿਲਾਂ ਗੱਲ ਕੀਤੀ ਹੈਗੀ, ਦਿਲਰੂਬਾ ਹੈ, ਇਸਰਾਜ ਹੈ, ਸਰੰਗੀ, ਤਾਊਸ ਹੈ, ਇਹ ਸਾਰੇ ਸਾਜ਼ ਆਪਾਂ ਵਜਾਈਦੇ ਆ, ਵਜਾ ਲੈਂਦੇ ਆ, ਤੇ ਨਾਲ ਅਸੀਂ ਬੱਚਿਆਂ ਨੂੰ ਸਿਖਾਉਂਦੇ ਵੀ ਹੈਗੇ ਆ। ਤੇ ਸਾਡੀਆਂ ਜਿਹੜੀਆਂ ਵੀਡੀਓਜ਼ ਨੇ ਸਾਡੇ ਚੈਨਲ, ਮੇਰਾ ਚੈਨਲ ਹੈ ਰਬਾਬ ਸਤਨਾਮ ਸਿੰਘ ਕਰਕੇ, ਸੋ ਉਸਦੇ ਵਿੱਚ ਸਾਰੀਆਂ ਵੀਡੀਓਜ਼ ਹੈਗੀਆਂ ਨੇ। ਇਹ ਸਾਰੇ ਸਾਜ਼ ਆਪਾਂ ਮਤਲਬ ਜਿਵੇਂ ਅਸੀਂ ਬਣਵਾਈ ਦੇ ਵੀ ਹੈਗੇ ਆ, ਕਿਉਂਕਿ ਅੱਜ ਕੱਲ੍ਹ, ਕਿਉਂਕਿ ਮੈਂ ਇਸ ਟੌਪਿਕ ਤੇ ਜ਼ਰੂਰ ਗੱਲ ਕਰਨਾ ਚਾਹੁੰਦਾ ਸੀਗਾ ਕਿ ਜਿਹੜੇ ਸਾਜ਼ ਨੇ ਉਹਨਾਂ ਦੀ ਜਿਹੜੀ ਬਣਤਰ ਆ, ਸਹੀ ਬਣਤਰ, ਤੇ ਉਹਨਾਂ ਦੀ ਜਿਹੜੀ ਸਹੀ, ਕਿਉਂਕਿ ਅੱਜ ਕੱਲ੍ਹ ਕਾਫੀ ਜ਼ਿਆਦਾ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਸਾਡੇ ਸਤਿਕਾਰਯੋਗ ਜਥੇਦਾਰ ਹਰਪ੍ਰੀਤ ਸਿੰਘ ਜੀ ਨੇ ਇੱਕ ਕਿਹਾ ਸੀਗਾ ਕਿ ਵੀ ਅਗਲੇ 3 ਸਾਲ ਦੇ ਵਿੱਚ ਸਾਡੇ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ 33 ਸਾਜ਼ਾਂ ਦਾ ਕੀਰਤਨ ਹੋਏਗਾ। ਜਦੋਂ ਉਸ ਤੋਂ ਬਾਅਦ ਕਾਫੀ 33 ਸਾਜ਼ਾਂ ਦਾ ਜਿਹੜਾ ਹੈਗਾ, 33 ਸਾਜ਼ਾਂ ਦਾ ਕਾਫੀ ਪ੍ਰਚਾਰ ਹੋਇਆ। ਉਸ ਦੇ ਵਿੱਚ ਕਾਫੀ ਜਿਹੜੇ ਹੁਣ ਜਿਹੜੇ ਸਾਜ਼ ਜਿਨ੍ਹਾਂ ਤੋਂ ਅਸੀਂ ਲੈ ਸਕਦੇ ਹਾਂ ਨਾ, ਜਿਹੜੇ ਸ਼ੌਪਕੀਪਰ ਨੇ ਜਿਹੜੇ ਵੇਚਦੇ ਹੈਗੇ, ਸੋ ਉਹਨਾਂ ਵਿੱਚ ਨਵੇਂ ਵੀ ਕਈ ਸ਼ਾਮਿਲ ਹੋ ਰਹੇ ਨੇ। ਹੁਣ ਉਸ ਚੀਜ਼ ਨੂੰ ਅਸੀਂ ਸੋਲਵ ਕਰਨ ਦੇ ਲਈ ਹੁਣ ਜਿਹੜਾ ਹੈਗਾ, ਅਸੀਂ 33 ਸਾਜ਼ਾਂ ਨੂੰ ਜਿੱਥੇ ਸਿਖਾਉਣ ਦੀ ਸੇਵਾ ਗੁਰੂ ਸਾਹਿਬ ਜੀ ਨੇ ਲਈ ਹੈਗੀ ਆ, ਤੇ ਹੁਣ ਅਸੀਂ ਸਾਜ਼ਾਂ ਨੂੰ ਬਣਾਉਣ ਤੇ ਹਰ ਘਰ ਦੇ ਵਿੱਚ ਜਿਹੜੇ ਸਹੀ ਦੇ ਟੈਕਨੀਕ ਨਾਲ ਜੋ ਬਣੇ ਹੋਏ 33 ਸਾਜ਼, ਤੇ ਨਾਲ ਸਹੀ ਪ੍ਰਾਈਸ ਦੇ ਵਿੱਚ। ਤੋ ਇਸ ਕਰਕੇ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਸਾਨੂੰ ਚਾਹੀਦਾ ਹੈ ਕਿ ਜਿੱਥੇ ਸਾਨੂੰ ਕੁਆਲਿਟੀ ਮਿਲੇ, ਉੱਥੇ ਇਹ ਨਹੀਂ ਕਿ ਅਸੀਂ ਇੱਕ ਚੀਜ਼ ਜਿਹੜਾ ਹੈਗਾ ਵਧੀਆ ਸਾਜ਼ ਸਾਨੂੰ ਮਿਲ ਰਿਹਾ ਹੈਗਾ, ਜਿਵੇਂ ਇਹ ਰਬਾਬ ਹੈ, ਇਹ ਪੇਸ਼ਾਵਰ ਦਾ ਬਣਿਆ ਹੋਇਆ ਰਬਾਬ ਹੈਗਾ, ਮੇਰੇ ਕੋਲ ਅਫਗਾਨਿਸਤਾਨ ਦਾ ਬਣਿਆ ਰਬਾਬ ਹੈਗਾ, ਤੇ ਤੁਸੀਂ ਹੈਰਾਨ ਹੋਗੇ ਕਈ ਜਿਹੜੇ ਸਾਜ਼ ਨੇ ਉਹ ਉੱਥੇ ਦੇ ਲੋਕ ਜਿਨ੍ਹਾਂ ਨੂੰ ਨਹੀਂ ਪਤਾ, ਉਹ ਮਤਲਬ 3-3, 4-4 ਹਜ਼ਾਰ ਡਾਲਰ ਦੇ ਵੀ ਦੇਈ ਆ। ਕਈ ਵਾਰ ਜਦੋਂ ਹਾਰਮੋਨੀਅਮ ਵੀ ਲੈਣਾ ਹੋਵੇ, ਕਿਉਂਕਿ ਕਾਫੀ ਸਾਡੇ ਬੱਚੇ ਵੀ ਜਿਹੜੇ ਨੇ, ਸੰਗਤਾਂ ਜਿਹੜੀਆਂ ਨੇ ਜ਼ਿਆਦਾਤਰ ਹਾਲੇ ਹਾਰਮੋਨੀਅਮ ਯੂਜ਼ ਕਰਦੇ ਨੇ, ਤੇ ਫਿਰ ਵੀ ਕਹਿੰਦੇ ਹਾਂਜੀ ਟਿਊਨ ਹੈ, ਉੱਚਾ ਤੇ ਨਹੀਂ ਹੈ। ਸੋ ਇਹ ਬਹੁਤ ਜ਼ਰੂਰੀ ਹੈ। ਅਸੀਂ ਦੇਖਦੇ ਹਾਂ ਕਈ ਵਾਰੀ ਕਿ ਜੇ ਸਾਜ਼ ਠੀਕ ਨਾ ਹੋਵੇ ਤੇ ਕਿੱਦਾਂ ਤੁਹਾਡੀ ਆਵਾਜ਼ ਉਹਦੇ ਨਾਲ ਮੇਲ ਨਹੀਂ। ਜੀ ਬਿਲਕੁਲ, ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਕਿ ਜਿਹੜੇ ਸਾਜ਼ ਨਾਲ ਦੀ ਨਾਲ ਸਾਨੂੰ ਸਾਜ਼ ਵੀ ਜਿਹੜੇ ਨੇ ਉਪਲਬਧ ਹੋਣੇ ਬਹੁਤ ਜ਼ਰੂਰੀ ਨੇ। ਇਹ ਮੇਰਾ ਬੜੀ ਕੋਸ਼ਿਸ਼ ਸੀ ਕਿ ਵੀ 33 ਸਾਜ਼ ਜਿਹੜੇ ਹੈਗੇ ਨੇ ਉਸ ਇੱਕ ਤੇ ਕੁਆਲਿਟੀ ਸਹੀ ਹੋਵੇ, ਵਧੀਆ ਕੁਆਲਿਟੀ ਦੇ ਵਿੱਚ ਹੋਵੇ, ਤੇ ਦੂਜੇ ਜਿਹੜੇ ਹੈਗੇ ਨੇ ਜੋ ਉਹਦਾ ਐਕਚੁਅਲ ਪ੍ਰਾਈਸ ਹੈ, ਰੀਜ਼ਨੇਬਲ ਜੋ ਪ੍ਰਾਈਸ ਹੈ, ਉਹੀ ਅਸੀਂ ਉਸ ਚੀਜ਼ ਦਾ ਵੀ ਅਸੀਂ ਪ੍ਰਚਾਰ ਕਰੀਏ। ਸਾਡੀ ਇਹ ਮਹਾਰਾਜ ਅੱਗੇ ਅਰਦਾਸ ਹੈ ਕਿ ਮਹਾਰਾਜ ਸਾਥੋਂ ਇਹ ਵੀ ਸੇਵਾ ਲੈਣ ਕਿ ਅਸੀਂ ਸਹੀ ਰੂਪ ਦੇ ਵਿੱਚ ਜਿਹੜੇ ਚੰਗੇ ਸਾਜ਼ ਨੇ ਦਈਏ, ਤੇ ਨਾਲ ਉਹਨਾਂ ਦਾ ਜਿਹੜਾ ਪ੍ਰਾਈਸ ਹੈ ਉਹ ਸਹੀ ਹੋਣਾ ਚਾਹੀਦਾ। ਇਸ ਕਰਕੇ ਸਾਡੀ ਕੋਸ਼ਿਸ਼ ਹੈ ਕਿ ਸਹੀ ਜਿਹੜੇ ਸਾਜ਼ ਉਹ ਸੰਗਤ ਤੱਕ ਪਹੁੰਚਾਏ ਜਾਣ। ਹਾਂਜੀ, ਨਹੀਂ ਬਹੁਤ ਜ਼ਰੂਰੀ। ਤੁਸੀਂ ਇਹ ਬਹੁਤ ਸੋਹਣੀ ਗੱਲ ਕਹੀ, ਜਿੰਨਾ ਕਿ ਮੈਨੂੰ ਤੁਹਾਡੇ ਨਾਲ ਗੱਲਬਾਤ ਹੋਈ ਹੈ। ਤੁਸੀਂ ਚਾਹੁੰਦੇ ਜੇ ਕਿ ਸਾਡੇ ਬੱਚੇ, ਸਾਡੀ ਸੰਗਤ, ਇਕੱਲੇ ਬੱਚੇ ਨਹੀਂ, ਸਾਰੀ ਸੰਗਤ ਖੁਦ ਰਿਆਜ਼ ਕਰੇ, ਖੁਦ ਕੀਰਤਨ ਨਾਲ ਜੁੜਨ, ਸਿਰਫ ਸੁਣਨ ਦੇ ਨਾਲ ਆਪ ਵੀ ਕਰਨ,
ਤੇ ਤੁਸੀਂ ਦੇਖਿਆ ਅਸੀਂ ਕਾਫੀ ਵਾਰੀ ਯੂਕੇ ਦੇ ਟੂਰ ਤੇ ਤੁਸੀਂ ਪ੍ਰਿੰਸੀਪਲ ਸਾਹਿਬ ਦੇ ਨਾਲ ਹੋਰ ਵੀ, ਤੇ ਜਦੋਂ ਵੀ ਤੁਸੀਂ ਹਫਤੇ 2 ਹਫਤੇ ਲਈ ਉੱਥੇ ਆਏ ਤੇ ਨਾਲ ਦੀ ਨਾਲ ਉੱਥੇ ਵਰਕਸ਼ਾਪਸ ਲਗਾਈਆਂ ਜਾ ਰਹੀਆਂ ਨੇ। ਸੋ ਸਾਡੇ ਜਿਹੜੇ ਰਾਗੀ ਸਿੰਘ ਨੇ ਜ਼ਰੂਰ ਉਹਨਾਂ ਦੇ ਆਪਣਾ, ਕਿਉਂਕਿ ਉਹ ਹਮੇਸ਼ਾ ਉਸ ਪਾਸੇ ਨੇ, ਪਰ ਤੁਹਾਡਾ ਨਾਲ ਦੀ ਨਾਲ ਤੁਸੀਂ ਕੀਰਤਨ ਵੀ ਕਰਦੇ, ਪਰ ਨਾਲ ਦੀ ਨਾਲ ਸਿਖਾਉਣ ਦਾ ਜਿਹੜਾ ਵੀ ਤੁਸੀਂ ਹੈ ਜਿਹੜਾ ਤੁਹਾਡਾ ਇੱਕ ਵਿਜ਼ਨ ਹੈ ਉਸ ਨੂੰ ਤੁਸੀਂ ਅੱਗੇ ਲੈ ਕੇ ਜਾ ਰਹੇ ਜੇ। ਕਾਫੀ ਜਦੋਂ ਤੁਹਾਡਾ ਟੂਰ ਹੁੰਦਾ ਹੈ ਯੂਕੇ ਤੁਸੀਂ ਦੱਸਿਆ, ਤੇ ਇਸੇ ਤਹਿਤ ਹੁਣ ਤੁਸੀਂ ਅਮਰੀਕਾ ਵੀ ਪਹੁੰਚੇ ਜੇ। ਸਾਡੀ ਜ਼ਿੰਦਗੀ ਵਿੱਚ ਜਿਹੜਾ ਹੈ ਭਾਵੇਂ ਰਬਾਬ ਹੋਵੇ, ਕਿਸੇ ਨੂੰ ਰਬਾਬ ਸੁਣ ਕੇ ਪੀਸ ਆਏਗਾ, ਨਾਲ ਕੀਰਤਨ ਰਬਾਬ ਦੇ ਨਾਲ ਜਾਂ ਕਿਸ ਤਰ੍ਹਾਂ ਵੀ ਹੈ। ਸੋ ਇਸ ਸੰਗੀਤ ਤੇ ਲਰਨਿੰਗ ਕੀਰਤਨ ਕਹਿ ਲਓ ਤੇ ਪੀਸ ਆਫ ਮਾਈਂਡ, ਕੀ ਇੰਪੋਰਟੈਂਸ ਕੀ ਹੈ ਕੀਰਤਨ ਦਾ ਅੱਜ ਦੇ ਜ਼ਮਾਨੇ ਵਿੱਚ? ਸਾਨੂੰ ਸਟ੍ਰੈਸਫੁਲ ਲਾਈਫ ਹੈ, ਕਾਫੀ ਲੋਕ ਕੋਈ ਕੁਝ ਚੀਜ਼ ਸੁਣਦਾ ਹੈ, ਕੋਈ ਕਿਸ ਤਰ੍ਹਾਂ ਸੁਣਦਾ, ਅਸੀਂ ਕੀਰਤਨ ਸੁਣਦੇ ਹਾਂ, ਅਸੀਂ ਸੁਣਦੇ ਹਾਂ, ਪਰ ਦੂਜੀ ਗੱਲ ਜਿਹੜਾ ਕਰਨਾ, ਰਿਆਜ਼ ਕਰਨਾ, ਆਪ ਸਿੱਖਣਾ, ਉਸ ਬਾਰੇ ਜ਼ਰੂਰ ਥੋੜਾ ਜਿਹਾ ਆਪਣੇ ਤੁਸੀਂ ਵਿਊ ਸਾਂਝੇ ਕਰੋ ਕਿ ਅਸੀਂ ਕਿਸ ਤਰ੍ਹਾਂ ਅਸੀਂ ਉਸ ਪਾਸੇ ਵੱਲ ਨੂੰ ਵੀ ਜਾ ਕੇ ਜੀਵਨ ਨੂੰ ਬਦਲ ਸਕਦੇ ਹਾਂ। ਜੀ ਹਾਂ, ਨਹੀਂ, ਤੁਹਾਡਾ ਬਹੁਤ ਅੱਛਾ ਸਵਾਲ ਹੈ ਤੇ ਇਸ ਟੌਪਿਕ ਤੇ ਘੱਟੋ ਘੱਟ 1-2 ਘੰਟੇ ਗੱਲ ਹੋ ਸਕਦੀ ਹੈ ਜੋ ਵੱਖਰੇ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਸੰਖੇਪ ਰੂਪ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਜਿੰਨਾ ਆਪਾਂ ਇਸ ਟੌਪਿਕ ਤੇ ਗੱਲ ਕਰੀਏ। ਦੇਖੋ ਜੀ, ਮਿਊਜ਼ਿਕ ਜਿਹੜਾ ਹੈਗਾ ਉਹ ਫ੍ਰੀਕੁਐਂਸੀ ਬੇਸਡ ਹੈ। ਕੁਛ ਸਾਨੂੰ ਕੁਇਕਲੀ ਸਾਨੂੰ ਉਸ ਚੀਜ਼ ਨੂੰ ਸਮਝਣ ਦੇ ਲਈ ਸਾਨੂੰ ਮੇਨ ਪੁਆਇੰਟਸ ਨੂੰ ਸਮਝ ਲਈਏ ਤਾਂ ਆਪਾਂ ਨੂੰ ਗੱਲ ਸਮਝ ਆ ਜਾਏਗੀ। ਜਿਹੜਾ ਸੰਗੀਤ ਆ ਫ੍ਰੀਕੁਐਂਸੀ ਬੇਸਡ ਆ। ਫ੍ਰੀਕੁਐਂਸੀ ਜਿਹੜੀ ਹੈਗੀ ਆ ਉਹ ਪਾਵਰ ਆ। ਫ੍ਰੀਕੁਐਂਸੀ ਦਾ ਮਤਲਬ ਪਾਵਰ ਆ, ਐਨਰਜੀ ਆ। ਤੇ ਜਿਹੜੀ ਫ੍ਰੀਕੁਐਂਸੀ ਨੂੰ ਅਸੀਂ ਜਿਹੜਾ ਸੰਗੀਤ ਦੀ ਭਾਸ਼ਾ ਦੇ ਵਿੱਚ ਅਸੀਂ ਸਵਰ ਕਹਿੰਦੇ ਹਾਂ। ਸੋ ਸਵਰ ਜਿਹੜੀ ਹੈਗੀ ਆ, ਉਹ ਸਵਰ ਜਿਹੜਾ ਹੈਗਾ ਉਹ ਇਮੋਸ਼ਨ ਕ੍ਰੀਏਟ ਕਰਦਾ, ਫੀਲ ਕ੍ਰੀਏਟ ਕਰਦਾ। ਤੇ ਜਦੋਂ ਅਸੀਂ ਕੀਰਤਨ ਕਰਦੇ ਹੈਗੇ ਆ, ਆਪਾਂ ਗੁਰਬਾਣੀ ਸ਼ਬਦ ਉਹ ਤੇ ਮਤਲਬ ਜਦੋਂ ਅਸੀਂ ਉਸ ਨਾਮ ਅਭਿਆਸ ਕਰਦੇ ਹਾਂ, ਅਭਿਆਸੀ ਹੋ ਜਾਂਦੇ ਆ, ਵਾਹਿਗੁਰੂ ਦਾ ਕੀਰਤਨ ਕਰਦੇ ਆ, ਉਹ ਤੇ ਜਿਹੜਾ ਵਿਸ਼ਾ ਹੈ ਉਹ ਤੇ ਤੁਸੀਂ ਕੀਰਤਨ ਕਰ ਲਓ, ਸਟ੍ਰੈਸ ਤੇ ਦੂਰ ਹੋ ਜਾਣੀ ਆ। ਆਪਾਂ ਸਿਰਫ ਜੇ ਇਕੱਲੀ ਸੰਗੀਤ ਦੀ ਗੱਲ ਕਰੀਏ, ਇਸ ਨੂੰ ਅਸੀਂ ਮਿਊਜ਼ਿਕ ਥੈਰੇਪੀ ਕਹਿੰਦੇ ਆ। ਆਸਟ੍ਰੇਲੀਆ ਦੇ ਵਿੱਚ, ਮੈਲਬਰਨ ਦੇ ਵਿੱਚ, ਉੱਥੇ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਕੋਰਸ ਵੀ ਉਹਨਾਂ ਨੇ ਸ਼ੁਰੂ ਕੀਤਾ ਆ, ਜਿਸ ਨੂੰ ਮਿਊਜ਼ਿਕ ਥੈਰੇਪੀ, ਅਸੀਂ ਵੀ ਆਸਟ੍ਰੇਲੀਆ ਵਿੱਚ ਮਿਊਜ਼ਿਕ ਥੈਰੇਪੀ ਸ਼ੁਰੂ ਕੀਤੀ ਸੀ ਕਿ ਜਿਹੜਾ ਤੁਸੀਂ ਇਕੱਲਾ ਮਿਊਜ਼ਿਕ ਸੁਣ ਕੇ ਤੁਸੀਂ ਆਪਣਾ ਸਟ੍ਰੈਸ ਰਿਲੀਜ਼ ਕਰੋ। ਮੈਂ ਹਮੇਸ਼ਾ ਬੱਚਿਆਂ ਨੂੰ ਇਹ ਕਹਿਣਾ ਕਿ ਜੇ ਤੁਸੀਂ ਅੱਜ ਬਹੁਤ ਥੱਕੇ ਹੋਏ ਹੋ ਤਾਂ ਤੁਹਾਨੂੰ ਜੇ 15 ਮਿੰਟ ਰਿਆਜ਼ ਕਰਨਾ, ਤੁਹਾਨੂੰ 20 ਮਿੰਟ ਕਰਨ ਦੀ ਲੋੜ ਹੈ, ਕਿਉਂਕਿ ਜਿਹੜਾ ਮਿਊਜ਼ਿਕ ਹੈ ਉਹ ਸਟ੍ਰੈਸ ਰਿਲੀਜ਼ਰ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਦੱਸਦਾ ਕਿ ਆਪਾਂ ਜੇ ਟੈਕਨੀਕਲੀ, ਸਾਇੰਟੀਫਿਕਲੀ ਉਸ ਚੀਜ਼ ਨੂੰ ਸਮਝਣਾ ਹੋਵੇ, ਜਿਵੇਂ ਇੱਕ ਅਸੀਂ ਰਿਆਜ਼ ਦਿੰਦੇ ਹੈਗੇ ਆ ਬੱਚਿਆਂ ਨੂੰ, ਹਮਿੰਗ ਦਾ ਅਸੀਂ ਰਿਆਜ਼ ਕਰਦੇ ਕਿ ਜਿਹਦੇ ਵਿੱਚ ਆਪਾਂ ਸਾਹ ਦੇ ਵਿੱਚ, ਸਾਹ ਦੇ ਨਾਲ ਆਪਾਂ ਹਮਿੰਗ ਕਰਨੇ ਕਿ ਇਹਨੂੰ ਆਪਾਂ ਹਮਿੰਗ ਕਰਨੇ। ਜੇ ਆਪਾਂ ਰੋਜ਼ 5 ਮਿੰਟ ਸਵੇਰੇ, 5 ਮਿੰਟ ਸ਼ਾਮੀ ਸਿਰਫ ਬਹਿ ਕੇ ਇਹ ਤਾਨਪੁਰਾ ਲਾ ਕੇ ਕਰ ਲਈਏ ਤੇ ਸਾਡਾ ਜਿਹੜਾ ਦਿਨ ਦਾ ਸਾਰਾ ਸਟ੍ਰੈਸ ਆ ਉਹ ਰਿਲੀਜ਼ ਹੋ ਜਾਂਦਾ। ਕਿਵੇਂ? ਸਾਡੇ ਇੱਕ ਨਰਵ ਹੁੰਦੀ ਹੈ ਇੱਥੋਂ ਪਿੱਛੋਂ ਸ਼ੁਰੂ ਹੁੰਦੀ ਹੈ, ਜਿਸ ਨੂੰ ਅਸੀਂ ਵੇਗਸ ਨਰਵ ਕਹਿੰਦੇ ਹਾਂ, ਇੱਥੋਂ ਪਿੱਛੋਂ। ਉਹ ਸਾਡੇ ਇੱਥੋਂ ਸ਼ੁਰੂ ਇੱਥੇ ਆ ਕੇ ਸਾਡੇ ਗਲ ਦੇ ਵਿੱਚ ਹੁੰਦੇ, ਸਾਡੀ ਬੋਡੀ ਵਿੱਚ ਹੁੰਦੀ। ਤੇ ਜਦੋਂ ਅਸੀਂ ਇਸ ਨੂੰ ਇਸ ਤਰ੍ਹਾਂ ਅਸੀਂ ਹਮਿੰਗ ਕਰਦੇ ਹਾਂ ਤੇ ਉਹ ਜਿਹੜੀ ਉਹ ਵਾਈਬ੍ਰੇਸ਼ਨ ਸਾਡੀ ਪੈਦਾ ਹੁੰਦੀ ਹੈ, ਇੱਥੋਂ ਲੈ ਕੇ ਤੁਸੀਂ ਕਰਕੇ ਦੇਖੋ, ਇੱਥੇ ਉਹ ਪਿੱਛੋਂ ਇੱਥੋਂ ਵਾਈਬ੍ਰੇਸ਼ਨ ਲੈ ਕੇ ਸਾਡੇ ਹੋਏਗੀ। ਉਹ ਜਿਹੜੀ ਨਰਵ ਹੈ ਉਹ ਸਟਿਮੂਲੇਟ ਹੋ ਜਾਂਦੀ। ਜਦੋਂ ਉਹ ਹੋ ਜਾਂਦੀ ਹੈ, ਸਟਿਮੂਲੇਟ ਹੋ ਜਾਂਦੀ ਹੈ, ਤੇ ਉਹ ਸਾਡਾ ਸਾਰਾ ਜਿਹੜਾ ਸਟ੍ਰੈਸ ਹੈ ਉਹ ਰਿਲੀਜ਼ ਹੋ ਜਾਂਦਾ। ਸੋ ਮਿਊਜ਼ਿਕ ਜਿਹੜਾ ਹੈਗਾ ਉਹ ਸਟ੍ਰੈਸ ਨੂੰ ਰਿਲੀਜ਼ ਕਰਨ ਦੇ ਲਈ, ਮਨ ਦੀ ਸ਼ਾਂਤੀ ਦੇ ਲਈ, ਕੀਰਤਨ ਜਿਹੜਾ ਹੈਗਾ ਮਨ ਦੀ ਸ਼ਾਂਤੀ ਦੇ ਲਈ ਬਹੁਤ ਸਭ ਤੋਂ ਵੱਡਾ ਕਾਰਗਰ। ਇਸੇ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਕਲਯੁਗ ਮੈਂ ਕੀਰਤਨ ਪ੍ਰਦਾਨਾ। ਜਿਹੜਾ ਕੀਰਤਨ ਆ ਕਰਨਾ, ਉਹ ਮਨ ਦੀ ਸ਼ਾਂਤੀ ਲਈ, ਪ੍ਰਮਾਤਮਾ ਦੀ ਉਸਤਤ ਕਰਨਾ ਜਿਹੜਾ ਹੈ ਉਹ ਸਭ ਤੋਂ ਬੜਾ ਜਿਹੜਾ ਮੈਡੀਟੇਸ਼ਨ ਹੈ। ਅੱਜ ਦੁਨੀਆ ਵਿੱਚ ਕਿੰਨੇ ਮੈਡੀਟੇਸ਼ਨ ਦੇਖੋ ਸੈਂਟਰ ਖੁੱਲੇ ਹੋਏ ਮੈਡੀਟੇਸ਼ਨ ਕਰੋ। ਤਾਂ ਜੇ ਆਪਾਂ 5 ਮਿੰਟ ਬੈਠ ਕੇ ਇਸ ਤਰ੍ਹਾਂ ਥੋੜਾ ਸੁਰ ਦਾ ਅਭਿਆਸ ਕਰ ਲਈਏ ਤੇ ਸਾਡਾ ਜਿਹੜਾ ਹੈਗਾ ਉਹ ਸਾਰੇ ਦਿਨ ਦੀ ਜਿਹੜੀ ਸਟ੍ਰੈਸ ਹੈ ਉਹ ਰਿਲੀਜ਼ ਹੋ। ਕਿਉਂਕਿ ਅਮਰੀਕਾ ਦੇ ਵਿੱਚ ਖਾਸ ਕਰਕੇ ਇੱਕ ਪ੍ਰੋਬਲਮ ਜਿਹੜੀ ਹੈਗੀ ਹੈ, ਕਿਉਂਕਿ ਜ਼ਿੰਦਗੀ ਦਾ ਜੋ ਸਪੀਡ ਬਹੁਤ ਵਧੀ ਹੋਈ ਹੈ, ਇੰਡੀਆ ਦੇ ਵਿੱਚ ਵੀ ਅੱਜ ਕੱਲ੍ਹ ਬਹੁਤ। ਤਾਂ ਇਸ ਕਰਕੇ ਜਦੋਂ ਅਸੀਂ ਕੀਰਤਨ ਕਰਦੇ ਹਾਂ ਤੇ ਸਾਡੀ ਜਿਹੜੀ ਕੌਨਸੈਂਟਰੇਸ਼ਨ ਹੈ ਉਹ ਡਿਵੈਲਪ ਹੁੰਦੀ ਹੈ। ਹੁਣ ਅਸੀਂ ਬੱਚਿਆਂ ਦੇ ਰੂਪ ਦੇ ਪੱਖ ਤੋਂ ਗੱਲ ਕਰੀਏ ਤੇ ਜਿਹੜੇ ਬੱਚੇ
ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਥੋੜੇ ਕਮਜ਼ੋਰ ਹੈ ਉਹਨਾਂ ਨੂੰ ਤੇ ਕੀਰਤਨ ਸਿੱਖਣਾ ਹੀ ਚਾਹੀਦਾ, ਤੇ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਬਹੁਤ ਬ੍ਰਾਈਟ ਨੇ ਉਹਨਾਂ ਨੂੰ ਹੋਰ ਕੀਰਤਨ ਸਿੱਖਣ ਦੀ ਲੋੜ ਹੈ। ਕਿਉਂ? ਕਿਉਂਕਿ ਜਿਹੜਾ ਮਾਈਂਡ ਜਿਹੜਾ ਹੈ ਫੋਕਸ ਕਰਨ ਦੇ ਲਈ ਸਾਡਾ ਜਿਹੜਾ ਕੀਰਤਨ ਆ, ਜਿਹੜਾ ਸੰਗੀਤ ਆ, ਉਹ ਹਮੇਸ਼ਾ ਸਹਾਈ ਹੁੰਦਾ। ਜਦੋਂ ਅਸੀਂ ਸਵਰ ਲਾਉਣਾ ਆ ਤੇ ਸਾਨੂੰ ਦੇਖੋ, ਜਦੋਂ ਅਸੀਂ ਦੇਖਿਆ ਹੋਵੇਗਾ ਕਿ ਜਦੋਂ ਕਲਾਸੀਕਲ ਵਾਲੇ ਜਾਂ ਕੀਰਤਨ ਵਾਲੇ ਗਾਉਂਦੇ ਆ ਤਾਂ ਆਪਾਂ ਉਹ ਇਸ ਤਰ੍ਹਾਂ ਉਸ ਸਵਰ ਨੂੰ ਫੜਦੇ ਆ, ਫ੍ਰੀਕੁਐਂਸੀ ਨੂੰ ਮੈਚ। ਸੋ ਜਿਹੜਾ ਸੰਗੀਤ ਹੈ, ਕੀਰਤਨ ਜਿਹੜਾ ਹੈ, ਗੁਰਮਤ ਸੰਗੀਤ, ਇਹ ਤੰਤੀ ਸਾਜ਼ ਜਿਹੜੇ ਹੈਗੇ ਨੇ, ਜਦੋਂ ਅਸੀਂ ਇਹਨਾਂ ਨੂੰ ਵਜਾਉਂਦੇ ਆ, ਸਾਡਾ ਜਿਹੜਾ ਕਨਸੈਂਟਰੇਸ਼ਨ ਜਿਹੜੀ ਲੈਵਲ ਆ ਉਹ ਸਾਡਾ ਬਣਦਾ ਆ, ਸਾਡੇ 'ਚ ਇਕਾਗਰਤਾ ਆਉਂਦੀ ਹੈ, ਸਾਡੇ 'ਚ ਸਹਿਜ ਆਉਂਦਾ ਆ, ਤੇ ਸਾਡੇ ਵਿੱਚ ਬੈਠਣ ਦੀ ਪ੍ਰਕਿਰਤੀ ਆਉਂਦੀ, ਸਾਡੇ ਅੰਦਰ ਇੱਕ ਟਿਕਾਅ ਹੈ, ਸਾਡਾ ਜਿਹੜੀ ਕਨਸੈਂਟਰੇਸ਼ਨ ਹੈ, ਸਾਡਾ ਜਿਹੜਾ ਫੋਕਸ ਲੈਵਲ ਹੈ ਉਹ ਬਹੁਤ ਇੰਪਰੂਵ ਹੋ ਜਾਂਦਾ ਹੈ। ਖਾਸ ਕਰਕੇ ਬੱਚਿਆਂ ਦਾ, ਜਿਹੜੀ ਚੀਜ਼ ਸਾਨੂੰ 10 ਮਿੰਟ ਦੇ ਵਿੱਚ ਯਾਦ ਹੋਣੀ ਹੈ ਉਹ ਸਾਨੂੰ 2-3 ਮਿੰਟ ਦੇ ਵਿੱਚ ਯਾਦ ਹੋ ਜਾਂਦੀ ਹੈ, ਕਿਉਂਕਿ ਸਾਡਾ ਕਨਸੈਂਟਰੇਸ਼ਨ ਲੈਵਲ ਇੰਨਾ ਵੱਧ ਜਾਂਦਾ ਹੈ ਜਦੋਂ ਅਸੀਂ ਸੰਗੀਤ ਕੀਰਤਨ ਸਿੱਖਦੇ ਹੈਗੇ। ਸੋ ਉਹ ਸਟ੍ਰੈਸ ਦੇ ਨਾਲ ਇਸਦਾ ਬਿਲਕੁਲ ਜੇ ਤੁਹਾਨੂੰ ਲੱਗਦਾ ਕਿ ਅੱਜ ਤੁਸੀਂ ਬਹੁਤ ਥੱਕੇ ਆ, ਤੁਸੀਂ 10 ਮਿੰਟ ਬਹਿ ਕੇ ਸਾਹ ਲਾਓ, ਸਰਗਮ ਗਾਓ, ਸ਼ਬਦ ਕੀਰਤਨ ਕਰੋ, ਤੁਹਾਡਾ ਐਨ ਮਨ ਜਿਹੜਾ ਹੈਗਾ ਉਹ ਸ਼ਾਂਤ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਜੀ ਨੇ ਇੱਕ ਸਾਨੂੰ ਐਸਾ ਟੂਲ ਦਿੱਤਾ ਆ, ਜਿਸ ਟੂਲ ਦੇ ਨਾਲ ਜਦੋਂ ਅਸੀਂ ਇਸ ਟੂਲ ਨੂੰ ਵਰਤਾਂਗੇ, ਅਸੀਂ ਕੀਰਤਨ ਕਰਾਂਗੇ, ਤਾਂ ਸਾਡਾ ਜਿਹੜਾ ਮਨ ਹੈ, ਸਾਡਾ ਮਨ ਤੇ ਤਨ ਦੋਨੋਂ ਹੀ ਸ਼ਾਂਤ ਹੋ ਜਾਣਗੇ। ਤੋ ਇਹ ਮਨ ਦੀ ਸ਼ਾਂਤੀ ਦੇ ਲਈ ਬਹੁਤ ਵਧੀਆ ਤੁਹਾਡਾ ਜਿਹੜਾ ਸਵਾਲ ਹੈਗਾ ਕਿ ਅਸੀਂ ਜੇ ਰੋਜ਼ 5 ਮਿੰਟ ਰਿਆਜ਼ ਕਰੀਏ ਤਾਂ ਸਾਡਾ ਜਿਹੜਾ ਮਨ ਹੈ ਉਹ ਬਿਲਕੁਲ ਐਨ ਸ਼ਾਂਤ, ਆਨੰਦਮਈ ਰਹੇਗਾ। ਤੇ ਨਾਲ ਜਦੋਂ ਅਸੀਂ ਸ਼ਬਦ ਦੀ ਬਾਣੀ ਦਾ ਮੀਨਿੰਗ ਪੜ੍ਹ ਕੇ ਜਦੋਂ ਅਸੀਂ ਸ਼ਬਦ ਪੜ੍ਹਾਂਗੇ ਤੇ ਫਿਰ ਤੇ ਜੋ ਅਵਸਥਾ ਹੈ, ਜੋ ਆਨੰਦ ਹੈ, ਉਹਦਾ ਤੇ ਬਿਆਨ ਨਹੀਂ ਕੀਤਾ ਸਕਦਾ। ਸੋ ਮਾਈਂਡ ਨੂੰ ਫੋਕਸ ਕਰਕੇ ਪ੍ਰੋਸੈਸ ਇਹ ਹੈ ਕਿ ਪਹਿਲਾਂ ਰਾਗ ਜੋ ਮਿਊਜ਼ਿਕ ਹੈ ਸਾਡੇ ਮਾਈਂਡ ਨੂੰ ਫੋਕਸ ਕਰ ਲੈਂਦਾ ਆ, ਕਨਸੈਂਟਰੇਟ ਕਰਦਾ ਆ। ਉਸ ਤੋਂ ਬਾਅਦ ਜਦੋਂ ਸ਼ਬਦ ਦਾ ਅਸਰ, ਜਦੋਂ ਅਸੀਂ ਸ਼ਬਦ ਦੇ ਮੀਨਿੰਗਸ ਪੜ੍ਹ ਕੇ ਅਸੀਂ ਸਮਝਦੇ ਹਾਂ, ਫਿਰ ਜਿਹੜਾ ਫੋਕਸ ਹੋਇਆ ਮਨ, ਟਿਕਿਆ ਹੋਇਆ ਮਨ, ਉਹ ਸ਼ਬਦ ਦੀ ਜਿਹੜਾ ਅਸਰ ਨੂੰ ਕਬੂਲ ਕਰਦਾ ਹੈ। ਤੇ ਜਦੋਂ ਉਹ ਕਬੂਲ ਕਰਦਾ, ਸਾਡੀ ਜ਼ਿੰਦਗੀ ਦੇ ਵਿੱਚ ਚੇਂਜ ਆਉਣਾ ਲੱਗ ਜਾਂਦਾ। ਹਾਂਜੀ, ਇਹ ਬਹੁਤ ਇੰਪੋਰਟੈਂਟ ਜਿਹੜਾ ਹੈਗਾ ਜਾਣਕਾਰੀ ਜੀ ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਸਿਮਰਨ ਕੀਰਤਨ ਜੀ, ਇਸ ਨਾਲ ਅਸੀਂ ਤੇ ਤੁਹਾਡੀ ਗੱਲ ਬਿਲਕੁਲ ਠੀਕ ਹੈ। ਜੇ ਅਸੀਂ ਗੱਲ ਕਰਨ ਲੱਗੀਏ ਤੇ ਸਮਾਂ ਬਹੁਤ ਚਾਹੀਦਾ ਹੁੰਦਾ ਹੈ ਤੇ ਗੱਲਾਂ ਵੀ, ਸਵਾਲ ਵੀ ਬਹੁਤ ਹਨ, ਰਾਗ, ਸ਼ੈਲੀ, ਹੋਰ ਡਿਫਰੈਂਟ ਘਰਾਣੇ ਜਾਂ ਕਿਸ ਤਰ੍ਹਾਂ ਵੀ ਹੈ, ਕਾਫੀ ਚੀਜ਼ਾਂ ਨੇ। ਪਰ ਤੁਸੀਂ ਥੋੜਾ ਜਿਹਾ ਜਿਹੜੇ ਹੋਰ ਸਾਡੇ ਜਿਹੜੇ ਦੇਖਣ ਵਾਲੇ ਨੇ, ਜੇ ਉਹ ਸਿੱਖਣਾ ਚਾਹਣ, ਹੁਣ ਤੇ ਤਕਨੀਕਾਂ, ਟੈਕਨੋਲੋਜੀ ਕਹਿ ਲਓ, ਤਕਨੀਕ ਕਹਿ ਲਓ, ਅੱਗੇ ਜਾਣਾ ਪੈਂਦਾ ਸੀ, ਹੁਣ ਆਨਲਾਈਨ ਸਾਰਾ ਕੁਝ, ਜਿਸ ਤਰ੍ਹਾਂ ਅਸੀਂ ਤੁਹਾਨੂੰ ਇੰਟਰਵਿਊ ਕਰ ਰਹੇ ਹਾਂ ਤੇ ਅੱਜ ਕੱਲ ਤੇ ਟੈਕਨੋਲੋਜੀ ਨਾਲ ਹੋ ਰਿਹਾ। ਤੇ ਕਿਸ ਤਰ੍ਹਾਂ ਤੁਸੀਂ ਜੇ ਜਿਹੜੇ ਸਿੱਖਣ ਵਾਲੇ ਨੇ ਉਹ ਤੁਹਾਨੂੰ ਕਿਸ ਤਰ੍ਹਾਂ ਕੰਟੈਕਟ ਕਰ ਸਕਦੇ? ਤੁਸੀਂ ਦੱਸਿਆ ਵੀ ਹੈ ਕਿ ਤੁਹਾਡਾ ਆਨਲਾਈਨ ਵੀ ਤੁਸੀਂ ਸਿਖਾਉਂਦੇ ਜੇ, ਜੀ ਥੋੜਾ ਜਿਹਾ ਸੰਖੇਪ ਦੱਸੋ ਤਾਂ ਜੋ ਤੁਹਾਨੂੰ ਕੰਟੈਕਟ ਕਰਕੇ ਸਿੱਖ ਸਕਣ। ਸੋ ਇੱਕ ਤੇ ਜੀ ਅਸੀਂ ਜਿਹੜਾ ਹੈਗਾ ਆਨਲਾਈਨ ਕਲਾਸਿਸ ਸਾਡੀਆਂ ਅਸੀਂ ਲਗਾਉਂਦੇ ਹੈਗੇ ਆ। ਸੋ ਵਰਲਡ ਦੇ ਵਿੱਚ ਸਾਰੇ ਮਤਲਬ ਵਰਲਡ ਵਾਈਡ ਕਲਾਸਿਸ ਹੁੰਦੀਆਂ ਨੇ, ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਮਲੇਸ਼ੀਆ, US ਦੇ ਵਿੱਚ ਵੀ ਕਲਾਸਿਸ ਹੁੰਦੀਆਂ ਵੱਖਰੀ ਵੱਖਰੀਆਂ ਜਗ੍ਹਾ ਦੇ ਵਿੱਚ। ਮਤਲਬ ਅਸੀਂ ਹੁਣ ਪੂਰਾ ਮਤਲਬ ਯੂਰਪ ਦੇ ਵਿੱਚ, ਸਵਿਟਜ਼ਰਲੈਂਡ ਤੱਕ, ਜਿਹੜੇ ਅੱਜ ਹੁਣ ਕਿਉਂਕਿ ਮਹਾਰਾਜ ਦੀ ਕਿਰਪਾ ਨਾਲ ਕਾਫੀ ਟਾਈਮ ਬਾਹਰ ਰਹਿਣ ਦੇ ਕਰਕੇ ਤੇ ਅਸੀਂ ਇੰਗਲਿਸ਼ ਦੇ ਵਿੱਚ ਜਿਹੜੇ ਹੈਗੇ ਆ ਅਸੀਂ ਗੱਲ ਕਰ ਸਕਦੇ ਹੈਗੇ ਆ। ਅੱਜ ਦੀ ਜੋ ਅੱਜ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਪੰਜਾਬੀ ਦੀ ਥੋੜ੍ਹੀ ਜਿਹੀ, ਕਈ ਵਾਰ ਸਾਡਾ ਮਕਸਦ ਇਹ ਹੁੰਦਾ ਹੈ ਕਿ ਜਿੱਥੇ ਜਿੱਥੇ ਅਸੀਂ ਪੰਜਾਬੀ ਨੂੰ ਪ੍ਰਮੋਟ ਵੀ ਕਰਨਾ ਆ, ਤੇ ਨਾਲ ਜਿਹੜੇ ਨੌਨ ਸਿੱਖਸ ਹੈਗੇ ਨੇ, ਜਿਨ੍ਹਾਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਹੈ, ਸਾਡੇ ਬੱਚੇ ਹੈਜ਼ੀਟੇਟ ਕਰਦੇ ਆ ਪੰਜਾਬੀ ਨੂੰ, ਅਸੀਂ ਫਿਰ ਇੰਗਲਿਸ਼ ਦੇ ਵਿੱਚ ਵੀ ਲੈਸਨ ਜਿਹੜੇ ਹੈਗੇ ਸਾਡੇ ਆਪਣੇ ਬੱਚੇ ਵੀ ਕਈ ਜਿਹੜੇ ਨੇ ਇੰਗਲਿਸ਼, ਕਈ ਪੰਜਾਬੀ ਹੈਜ਼ੀਟੇਟ ਕਰ ਜਾਂਦੇ, ਜਾਂ ਕਈ ਵਾਰ ਵੈਸੇ ਪ੍ਰੋਬਲਮ ਆ ਜਾਂਦੀ ਹੈ ਜਦੋਂ ਗਰੋ ਹੁੰਦੇ ਨੇ ਉਹ ਲੈਂਗੁਏਜ ਤੋਂ ਕਰਕੇ ਕਈ ਵਾਰ ਬੋਲ ਨਹੀਂ ਪਾਉਂਦੇ ਜਲਦੀ। ਹਾਂਜੀ ਤੋਂ ਉਹ ਹੁੰਦੇ ਨੇ। ਜੀ ਸਾਡਾ ਮਕਸਦ ਇਹੀ ਹੈ ਕਿ ਮੈਸੇਜ ਜਿਹੜਾ ਹੈ ਗੁਰੂ ਸਾਹਿਬ ਦਾ ਉਹ ਪਹੁੰਚਣਾ ਚਾਹੀਦਾ ਹੈ, ਤੇ ਜੇ ਅਸੀਂ ਉਹਨੂੰ ਇੰਗਲਿਸ਼ ਦੇ ਵਿੱਚ ਪਹੁੰਚਾ ਰਹੇ ਹੈਗੇ ਆ, ਇੱਥੋਂ ਦੀ ਭਾਸ਼ਾ ਦੇ ਹਿਸਾਬ ਨਾਲ ਪਹੁੰਚਾ ਰਹੇ ਹਾਂ ਤੇ ਉਹ ਚੰਗੀ ਗੱਲ ਹੈ। ਇਸ ਕਰਕੇ ਅਸੀਂ ਜਿਹੜਾ ਮੇਰਾ ਇੱਕ ਚੈਨਲ ਹੈ ਰਬਾਬੀ ਸਤਨਾਮ ਸਿੰਘ ਕਰਕੇ, ਅਸੀਂ ਉੱਥੇ ਰਬਾਬ ਦੇ ਲੈਸਨਸ ਵੀ ਪਾਉਂਦੇ ਹਾਂ, ਗੁਰਮਤ ਸੰਗੀਤ ਬਾਰੇ ਡਿਸਕਸ਼ਨਸ ਵੀ ਜਿਹੜੀਆਂ ਹੈਗੀਆਂ ਨੇ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ ਰਹਾਉ ਕੀ ਹੈ, ਗੁਰਮਤ ਸੰਗੀਤ ਦਾ ਕੀ ਵੱਖਰੇ ਵੱਖਰੇ ਐਸਪੈਕਟਸ ਹੈਗੇ ਨੇ, ਉਹਦੇ ਬਾਰੇ ਵੀ ਜਿਹੜੀ ਵੀਡੀਓਸ ਅਸੀਂ ਪਾਉਂਦੇ ਹੈਗੇ ਆ। ਤੇ ਉਹਦੇ ਵਿੱਚ ਸਾਰੀ ਇਨਫੋਰਮੇਸ਼ਨ ਹੈ। ਆਨਲਾਈਨ ਕਲਾਸਿਸ ਜਿਹੜੀ ਅਸੀਂ ਕਰਦੇ ਹਾਂ, ਜਿਵੇਂ ਮੈਂ ਹਮੇਸ਼ਾ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਹੁਣ ਮੈਂ ਤੁਹਾਡੇ ਨਾਲ ਹੀ ਗੱਲ ਕਰ ਰਿਹਾ, ਪਰ ਜੇ ਜਿਹੜਾ ਆਨਲਾਈਨ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਜੇ ਅਸੀਂ ਇੱਕ ਬੱਚੇ ਨੂੰ ਸਿਖਾਉਂਦੇ, ਜੇ ਅਸੀਂ 100 ਬੱਚੇ ਨੂੰ ਇਕੱਠਾ ਸਿਖਾਉਣਾ ਹੋਵੇ ਤਾਂ ਵੀ ਅਸੀਂ ਸਿਖਾ ਸਕਦੇ।
ਸੋ ਜਿਹੜਾ ਇੱਕ ਇਸ ਆਨਲਾਈਨ ਸਿਸਟਮ ਦਾ ਜਿਹੜਾ ਫਾਇਦਾ ਹੈ, ਬੈਨੀਫਿਟ ਹੈ, ਉਹ ਪੂਰਾ ਸੰਸਾਰ ਅੱਜ ਲੈ ਰਿਹਾ। ਤੇ ਉਸ ਦੇ ਵਿੱਚ ਜਿਹੜੇ ਅਸੀਂ ਵੀ ਪੂਰਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਵੱਖਰੀ ਜਗ੍ਹਾ ਤੇ ਵਰਲਡ ਦੇ ਕਿਸੇ ਕੋਨੇ ਤੇ ਵੀ ਜੇ ਕੋਈ ਕੀਰਤਨ ਸਿੱਖਣਾ ਚਾਹੁੰਦਾ ਹੈ, ਜੇ ਕੋਈ ਤੰਤੀ ਸਾਜ਼ ਸਿੱਖਣਾ ਚਾਹੁੰਦਾ ਹੈ, ਜੇ ਕਿਸੇ ਦੇ ਮਨ ਵਿੱਚ ਹੈ ਕਿ ਅਸੀਂ ਵੀ ਗੁਰਮਤਿ ਸੰਗੀਤ ਸਿੱਖੀਏ, ਸਾਡੇ ਬੱਚੇ ਵੀ ਕੀਰਤਨ ਸਿੱਖਣ, ਤੇ ਅੱਜ ਕੱਲ੍ਹ ਬਿਲਕੁਲ ਵੀ ਔਖਾ ਨਹੀਂ ਹੈ। ਤੁਸੀਂ ਸਾਨੂੰ ਜੋ ਮੇਰੇ ਚੈਨਲ ਤੇ ਜਾ ਕੇ ਉੱਥੇ ਸਾਰੀ ਇਨਫੋਰਮੇਸ਼ਨ ਹੈ, ਸਾਡੀ ਈਮੇਲ ਹੈ, ਸਾਡਾ WhatsApp ਨੰਬਰ ਹੈ, ਤੇ ਉੱਥੇ ਜਾ ਕੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆ। ਤੇ ਅਸੀਂ ਤੁਹਾਨੂੰ ਜ਼ਰੂਰ ਜਿਹੜੀ ਹੈਗੀ ਆ ਮਹਾਰਾਜ ਕਿਰਪਾ ਦੇ ਨਾਲ ਜ਼ਰੂਰ ਅਸੀਂ ਤੁਹਾਨੂੰ ਕੀਰਤਨ ਸਿਖਾਵਾਂਗੇ, ਹੈ ਨਾ। ਆਨਲਾਈਨ ਕਲਾਸਿਸ ਚੱਲਦੀਆਂ ਨੇ, ਵਰਲਡ ਵਾਈਡ ਚੱਲਦੀਆਂ ਨੇ। ਇੱਕ ਬਹੁਤ ਸੌਖਾ ਈਜ਼ੀ ਜਿਹੜਾ ਹੈ, ਟਾਈਮ ਸੇਵਿੰਗ, ਮੈਂ ਹਮੇਸ਼ਾ ਕਹਿੰਦਾ ਸੌਖਾ ਤਰੀਕਾ ਜਿਹੜਾ ਹੈ ਅੱਜ ਕੱਲ੍ਹ ਤੇ ਅਪਰੋਚੇਬਲ ਹੈ। ਮੇਰੀ ਈਮੇਲ ਹੈ singhsatnam SINGHSATNAM 31283 ਇਹ ਮੇਰੀ ਈਮੇਲ ਹੈ। ਤੇ ਮੇਰਾ ਜਿਹੜਾ ਹੈਗਾ ਇੰਡੀਆ ਦਾ ਨੰਬਰ ਹੈ, ਜਿੱਥੇ WhatsApp ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹੋ, ਉਹ ਹੈ +91 62 391 20232। तो ये इंडिया का नंबर है। तो जे US ਵਿੱਚ ਕੋਈ ਕੰਟੈਕਟ ਕਰਨਾ ਚਾਹੁੰਦਾ ਹੈ ਜਾਂ ਇੱਧਰ ਕੋਈ ਕੰਟੈਕਟ ਕਰਨਾ ਚਾਹੁੰਦਾ ਹੈ ਤੇ ਮੇਰਾ ਨੰਬਰ ਹੈ ਜੀ, ਉਹ ਵੀ ਤੁਸੀਂ ਨੋਟ ਕਰ ਸਕਦੇ ਆ, 2408898801। ਇਹਨਾਂ ਨੰਬਰ ਤੇ WhatsApp ਤੇ ਵੀ ਜੋ ਸੁਵਿਧਾ ਵੀ ਅਵੇਲੇਬਲ ਹੈ, ਤੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ। ਭਾਈ ਸਾਹਿਬ ਹੁਣ ਅਮਰੀਕਾ ਵੀ ਪੁੱਜੇ ਹਨ ਤੇ ਇੱਥੇ ਵੀ ਕਾਫੀ ਇਹਨਾਂ ਦੀ ਕੋਸ਼ਿਸ਼ ਹੈ ਕਿ ਉਹਨਾਂ ਨਾਲ ਜਿਹੜੇ ਕੀਰਤਨ ਸਿੱਖਣ ਵਾਲੇ ਸਾਰੇ ਜੁੜਨ, ਤਾਂ ਜੋ ਇਹ ਗੁਰਮਤਿ ਸੰਗੀਤ ਦੀ ਵਿਦਿਆ ਹੈ ਜਿਹੜੀ ਹੈ ਉਹ ਘਰ ਘਰ ਪਹੁੰਚਾਈ ਜਾ ਸਕੇ। ਹਰ ਕੋਈ ਜਿਹੜਾ ਹੈ ਉਹ ਕੀਰਤਨ ਗਾ ਵੀ ਸਕੇ ਤੇ ਉਹ ਜਿਹੜੀ ਹੈ ਸਿੱਖਿਆ ਉਹਨਾਂ ਨੂੰ ਦਿੱਤੀ ਜਾ ਸਕੇ ਜੀ। ਹਾਂਜੀ ਸਾਧ ਸੰਗਤ ਜੀ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਇਹਨਾਂ ਦਾ, ਜੇ ਤੁਸੀਂ ਕੰਟੈਕਟ ਕਰਨਾ ਹੈ singhsatnam 31283 singhsatnam 31283 ਤੇ ਇੰਡੀਆ ਦਾ ਨੰਬਰ ਹੈ ਇਹਨਾਂ ਦਾ 62391 20232। ਤੇ ਮੈਂ ਇਹ ਵੀ ਦੱਸ ਦਵਾਂ ਕਿ ਭਾਈ ਸਾਹਿਬ ਤੇ ਜਿਹੜੇ ਭਾਈ ਸਾਹਿਬ ਦੇ ਪਤਨੀ ਨੇ ਭੈਣ ਜੀ, ਉਹਨਾਂ ਨੇ ਵੀ ਗੁਰਮਤਿ ਸੰਗੀਤ ਦੀ ਜਿਹੜੀ ਐਜੂਕੇਸ਼ਨ ਲਈ ਹੈ। ਸੋ ਇਹ ਬਹੁਤ ਅਸੀਂ ਕਵਾਂਗੇ, ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਕੋਲ ਇਸ ਸਮੇਂ ਇਸ ਤਰ੍ਹਾਂ ਦੇ ਉਸਤਾਦ ਵੀ ਕਹਿੰਦੇ ਹਾਂ ਤੇ ਉਸਤਾਦ ਮੌਜੂਦ ਹਨ। ਤੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਨਾਲ ਇਹਨਾਂ ਨੇ ਜਿਹੜੀ ਐਜੂਕੇਸ਼ਨ ਲਈ ਹੈ, ਉਹਨਾਂ ਦੀ ਬਹੁਤ ਕੋਸ਼ਿਸ਼ ਹੈ ਕਿ ਇਸ ਸੰਗੀਤ ਨੂੰ ਅਸੀਂ ਅੱਗੇ ਲੈ ਕੇ ਚੱਲੀਏ। ਅਸੀਂ ਕਾਫੀ ਪ੍ਰੋਗਰਾਮ ਵੀ ਦੇਖਦੇ ਹਾਂ ਜਿੱਥੇ ਹੁਣ ਬੱਚੇ ਗੁਰਬਾਣੀ ਕੀਰਤਨ ਸੁਣਾਉਂਦੇ ਹਨ ਤੇ ਨਾਲ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਵੱਲੋਂ ਫੀਡਬੈਕ ਵੀ ਦਿੱਤਾ ਜਾਂਦਾ ਹੈ। ਸੋ ਕਾਫੀ UK ਦੇ ਟੂਰ ਤੇ ਪਿੱਛੇ ਜੇ ਫਿਰ ਵੀ ਆਏ ਸਨ ਪ੍ਰਿੰਸੀਪਲ ਸਾਹਿਬ, ਉਹਨਾਂ ਦਾ ਜਿਹੜਾ ਜਥਾ ਹੈ, ਸੋ ਉਹਨਾਂ ਨਾਲ ਫਿਰ ਤੋਂ ਵਰਕਸ਼ਾਪਸ ਕੀਤੀਆਂ ਗਈਆਂ। ਭਾਈ ਸਾਹਿਬ ਅਮਰੀਕਾ ਵੀ ਪੁੱਜੇ ਨੇ ਤੇ ਇਹਨਾਂ ਦੀ ਕੋਸ਼ਿਸ਼ ਹੈ ਕਿ ਇਸ ਨੂੰ ਆਪਾਂ ਦੁਨੀਆ ਭਰ ਵਿੱਚ ਪਹੁੰਚਾ ਸਕੀਏ। ਭਾਈ ਸਾਹਿਬ ਅਖੀਰ ਵਿੱਚ ਜੇ ਕੋਈ ਤੁਸੀਂ ਸੁਨੇਹਾ ਦੇਣਾ ਚਾਹੋ ਤੇ ਜ਼ਰੂਰ ਦਿਓ, ਤੇ ਉਸ ਤੋਂ ਬਾਅਦ ਅਸੀਂ ਫਤਿਹ ਬੁਲਾਵਾਂਗੇ ਜੀ। ਹਾਂਜੀ ਜੀ, ਨਹੀਂ ਬਸ ਸੁਨੇਹਾ ਇਹੀ ਹੈ ਜੀ ਕਿ ਅਸੀਂ ਜੋ ਸਾਡੀ ਟ੍ਰੈਡੀਸ਼ਨ ਹੈ ਗੁਰਮਤਿ ਸੰਗੀਤ ਦੀ, ਉਹ ਬਹੁਤ ਰਿਚ ਹੈ। ਸਾਡੇ ਕੋਲ ਰਾਗ ਨੇ, ਸਾਡੇ ਕੋਲ ਇੱਕ ਪ੍ਰੋਪਰ ਗੁਰਮਤਿ ਸੰਗੀਤ ਸਿਸਟਮ ਹੈ, ਗੁਰਮਤਿ ਸੰਗੀਤ ਸਾਇੰਸ ਸਾਡੇ ਕੋਲ, ਜਿਸ ਦੇ ਵਿੱਚ ਗੁਰੂ ਸਾਹਿਬ ਤੋਂ ਲੈ ਕੇ ਜੋ ਸਾਡੇ ਵੱਖਰੇ ਕੀਰਤਨ, ਜੋ ਸਾਡੇ ਉਸਤਾਦ ਹੋਏ ਨੇ ਜਿਨ੍ਹਾਂ ਨੇ ਗੁਰਮਤਿ ਸੰਗੀਤ ਦੀ ਇਸ ਟ੍ਰੈਡੀਸ਼ਨ ਨੂੰ ਸਾਂਭਿਆ ਆ, ਸਾਡੇ ਕੋਲ ਸਾਜ਼ ਨੇ, ਇੱਕ ਬਹੁਤ ਵੱਡਾ ਹੈਰੀਟੇਜ। ਬਸ ਲੋੜ ਹੈ ਕਿ ਇਸ ਹੈਰੀਟੇਜ ਨੂੰ ਦੀ ਅਵੇਅਰਨੈਸ ਜਿਹੜੀ ਹੈਗੀ ਉਹ ਲੋਕਾਂ ਤੱਕ ਪਹੁੰਚਾਉਣ ਦੇ ਲਈ। ਤਾਂ ਸਾਡਾ ਮਕਸਦ ਇਹੀ ਹੈ ਕਿ ਜਿਹੜੀ ਸੰਗਤ ਹੈ, ਸੰਗਤ ਦੇ ਵਿੱਚ ਜਦੋਂ ਇਨਫੋਰਮੇਸ਼ਨ ਪਹੁੰਚੇਗੀ, ਅਵੇਅਰਨੈਸ, ਜਿੰਨੀ ਅਵੇਅਰਨੈਸ ਹੋਏਗੀ, ਜਿੰਨਾ ਤੁਸੀਂ ਇਸ ਚੀਜ਼ ਨੂੰ ਫੈਲਾ ਸਕਦੇ ਆ, ਉਹਨਾਂ ਸੰਗਤ ਜਿਹੜੀ ਹੈਗੀ ਇਸ ਚੀਜ਼ ਤੋਂ ਜਾਣੂ ਹੋਏਗੀ ਕਿ ਸਾਨੂੰ ਗੁਰੂ ਸਾਹਿਬ ਜੀ ਨੇ ਗੁਰਮਤਿ ਸੰਗੀਤ ਦੇ ਰੂਪ ਵਿੱਚ ਸਾਨੂੰ ਕਿੱਡਾ ਵੱਡਾ ਹੈਰੀਟੇਜ ਦਿੱਤਾ ਹੈ। ਸਾਡਾ ਇੱਕ ਬਹੁਤ ਵੱਡੀ ਵਿਰਾਸਤ ਹੈ ਕੀਰਤਨ ਦੀ। ਤੇ ਨਾਲ ਹੀ ਨਾਲ ਇਸ ਵਿਰਾਸਤ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਕੀਰਤਨ ਦੀ ਸਿੱਖਿਆ ਦਈਏ, ਅਸੀਂ ਆਪਣੇ ਬੱਚਿਆਂ ਨੂੰ, ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਗੁਰਮਤਿ ਸੰਗੀਤ ਦੇ ਨਾਲ, ਸਿੱਖੀ ਦੇ ਨਾਲ ਥਰੂ ਅਸੀਂ ਇੱਕ ਸਿੱਖੀ ਨਾਲ ਜੁੜ ਸਕੀਏ। ਜੋ ਦੇਖੋ ਜੀ, ਸਾਡਾ ਮੇਨ ਜੋ ਅਲਟੀਮੇਟਲੀ ਜੋ ਫਾਈਨਲ ਜਿਹੜਾ ਹੈਗਾ ਮਕਸਦ, ਉਹ ਇਹੀ ਹੈ ਕਿ ਕੀਰਤਨ ਦੇ ਨਾਲ ਸਾਡੇ ਬੱਚੇ ਜੁੜਨ, ਤੇ ਕੀਰਤਨ ਦੇ ਨਾਲ ਸਾਡੇ ਬੱਚੇ ਜੁੜ ਕੇ ਗੁਰਬਾਣੀ ਨਾਲ ਜੁੜਨ ਤੇ ਸ਼ਬਦ ਨੂੰ ਸਮਝਣ, ਤੇ ਸ਼ਬਦ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਉਹ ਚੰਗੇ ਇੱਕ ਇਨਸਾਨ ਬਣ, ਇੱਕ ਚੰਗੇ ਹਿਊਮਨ ਬੀਇੰਗ ਬਣ, ਤੇ ਆਪਣੇ ਸਿੱਖੀ ਦਾ ਤੇ ਅਧਿਆਤਮਿਕ ਤੌਰ ਤੇ ਆਤਮਿਕ ਤੌਰ ਤੇ ਜੋ ਉਹ ਸਪਿਰਿਚੁਅਲਿਟੀ ਨਾਲ, ਆਨੰਦ ਦੇ ਨਾਲ ਆਪਣਾ ਜੁੜਨ।
ਤੋ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ, ਜਿਹੜੇ ਵੀ ਸੁਣ ਰਹੇ ਨੇ, ਕਿ ਆਪਾਂ ਇੱਕ ਹਮਲਾ ਮਾਰੀਏ। ਜਿਸ ਤਰ੍ਹਾਂ ਭਾਈ ਸਾਹਿਬ ਹੋਣੀ ਨੇ ਇੱਕ ਬੜਾ ਵਧੀਆ ਉਪਰਾਲਾ ਕੀਤਾ ਹੈ, ਤੇ ਅਸੀਂ ਹਮਲਾ ਮਾਰੀਏ ਕਿ ਅਸੀਂ ਸਾਰੇ ਮਿਲ ਕੇ ਆਪਣੇ ਇੱਕ ਪਲੈਜ ਲਈਏ ਕਿ ਆਪਾਂ ਗੁਰਮਤਿ ਸੰਗੀਤ ਦੀ ਇਸ ਟ੍ਰੈਡੀਸ਼ਨ ਨੂੰ ਸਾਂਭੀਏ। ਅਸੀਂ ਆਪਣੀ ਜੋ ਨਿਊ ਜਨਰੇਸ਼ਨ ਹੈ, ਕਿਉਂਕਿ ਭਾਈ ਸਾਹਿਬ ਦੋ ਸਾਡੀਆਂ ਜਨਰੇਸ਼ਨ ਜਿਹੜੀਆਂ ਨੇ ਉਹ ਰਬਾਬ ਦੇਖੇ ਤੋਂ ਬਿਨਾਂ ਹੀ ਚਲੀ ਗਈ, ਤੇ ਹੁਣ ਸਾਡੀ ਇਹ ਜ਼ਿੰਮੇਵਾਰੀ ਹੈਗੀ ਆ ਕਿ ਅਸੀਂ ਪ੍ਰਣ ਲਈਏ ਕਿ ਅਸੀਂ ਗੁਰਮਤਿ ਸੰਗੀਤ ਦੀ ਇਸ ਟ੍ਰੈਡੀਸ਼ਨ ਨੂੰ ਸਾਰੀ ਦੁਨੀਆ ਤੱਕ ਪਹੁੰਚਾਈਏ, ਗੁਰੂ ਸਾਹਿਬ ਦੱਸੇ ਹੋਏ ਮੈਸੇਜ ਨੂੰ ਸਭ ਦੁਨੀਆ ਤੱਕ ਪਹੁੰਚਾਈਏ। ਅਸੀਂ ਕੀਰਤਨ ਕਰੀਏ, ਜਿੱਥੇ ਅਸੀਂ ਆਪ ਆਨੰਦ ਦੇ ਨਾਲ ਜੁੜੀਏ। ਅਸੀਂ ਕੋਸ਼ਿਸ਼ ਕਰੀਏ ਕਿ ਦੂਸਰੇ ਜਿਹੜੀ ਸੰਗਤ ਹੈ, ਜਿਹੜੇ ਕੀਰਤਨ ਸਿੱਖਣਾ ਚਾਹੁੰਦੇ ਨੇ, ਸੰਗੀਤ ਦੇ ਪ੍ਰੇਮੀ ਨੇ, ਉਹਨਾਂ ਨੂੰ ਵੀ ਉਹ ਵੀ ਇਸ ਟ੍ਰੈਡੀਸ਼ਨ ਨਾਲ ਜੁੜਨ, ਤੇ ਜੋ ਵੀ ਸਾਡੇ ਲਈ ਆਪ ਦੀ ਸੇਵਾ ਲਾਓਗੇ, ਅਸੀਂ ਉਹਦੇ ਲਈ ਤਤਪਰ ਤਿਆਰ ਹੋਵਾਂਗੇ। ਤੋ ਜਿੱਥੇ ਕੀਰਤਨ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕੀਰਤਨ ਜੇ ਅਸੀਂ ਜਿੱਥੇ ਵੀ ਅਸੀਂ ਕੀਰਤਨ ਕਰ ਜਾਂਦੇ ਹਾਂ, ਨਾਲ ਅਸੀਂ ਗੁਰਮਤਿ ਸਿੰਘ ਦੀ ਵਰਕਸ਼ਾਪ ਜ਼ਰੂਰ ਲਗਾਉਂਦੇ ਹਾਂ, ਤਾਂ ਕਿ ਉਹ ਜਿਹੜੀ ਅਵੇਅਰਨੈਸ ਆਵੇ ਸੰਗਤ ਦੇ ਵਿੱਚ, ਉਸ ਚੀਜ਼ ਦਾ ਪ੍ਰਚਾਰ ਹੋਵੇ, ਸੰਗਤ ਨੂੰ ਪਤਾ ਹੋਵੇ ਕਿ ਇਹ ਜਿਹੜੇ ਭਾਈ ਸਾਹਿਬ ਕੀਰਤਨ ਕਰ ਰਹੇ ਨੇ, ਇਹ ਰਾਗ ਕਿਹੜਾ ਹੈ, ਕਿਹੜਾ ਸਾਜ਼ ਹੈ। ਸੋ ਇਹ ਅਵੇਅਰਨੈਸ ਦੀ ਲੋੜ ਹੈ। ਇਸ ਲਈ ਬਹੁਤ ਵੱਡਾ ਸਾਨੂੰ ਇਸ ਦੇ ਵਿੱਚ, ਜਿਵੇਂ ਤੁਸੀਂ ਦੱਸਿਆ ਕਿ ਸਾਡੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਬਹੁਤ ਵੱਡਾ ਹਮਲਾ ਮਾਰ ਰਹੇ ਨੇ, ਤੇ ਸਾਰੇ ਅਸੀਂ ਜੁਟ ਹੋ ਕੇ ਇਸ ਜੋ ਹਮਲਾ ਜੋ ਮਾਰ ਰਹੇ ਨੇ, ਜੋ ਸਾਡੇ ਵੱਲੋਂ ਜੋ ਵੀ ਕੀਤੀਆਂ ਗਈਆਂ ਨੇ, ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਮਤਿ ਸੰਗੀਤ ਦੇ ਪ੍ਰਚਾਰ ਦੇ ਲਈ, ਤਾਂ ਉਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕੀਰਤਨ ਦੇ ਨਾਲ ਜੋੜੀਏ, ਧਮਤੀ ਸਾਜਨ ਨਾਲ ਜੋੜੀਏ, ਅਸੀਂ ਅਵੇਅਰਨੈਸ ਕ੍ਰੀਏਟ ਕਰੀਏ, ਆਪ ਪੜ੍ਹੀਏ ਤੇ ਬੱਚਿਆਂ ਨੂੰ ਵੀ ਇਸ ਦਾ ਗਿਆਨ ਦੇਈਏ, ਕੀਰਤਨ ਸਿੱਖੀਏ। ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਜਿਹੜੇ ਅੱਜ ਗੁਰਮਤਿ ਸੰਗੀਤ, ਰਾਗ, ਗੁਰਮਤਿ ਸੰਗੀਤ ਤੇ ਸ਼ਬਦ, ਰਾਗ ਤੇ ਸ਼ਬਦ 'ਚ ਕੀ ਸੰਬੰਧ ਹੈ, ਗੁਰਮਤਿ ਸੰਗੀਤ ਤੇ ਸਾਜ਼ ਕੀ ਹਨ, ਤੇ ਹੁਣ ਜਿਸ ਤਰ੍ਹਾਂ ਕਾਫੀ ਜਿਹੜੀਆਂ ਸੰਗਤਾਂ ਨੇ ਉਹ ਗੁਰਮਤਿ ਸੰਗੀਤ ਵਿੱਚ ਵਿੱਦਿਆ ਵੀ ਪ੍ਰਾਪਤ ਕਰ ਰਹੇ ਨੇ, ਤੇ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਜ਼ ਵੀ ਜਦੋਂ ਲੈਣਾ ਹੈ ਤੇ ਕਿਸ ਤਰ੍ਹਾਂ ਚੰਗੇ ਸਾਜ਼ ਲੈ ਸਕੀਏ, ਤੇ ਇਸ ਦੇ ਨਾਲ ਕੀਰਤਨ ਸਾਡਾ ਕਿਸ ਤਰ੍ਹਾਂ ਜੀਵਨ ਵਿੱਚ ਸਾਨੂੰ ਸਟ੍ਰੈਸ ਜਾਂ ਹੋਰ ਚੀਜ਼ਾਂ ਤੋਂ ਸਿਮਰਨ ਨਾਲ ਅਸੀਂ ਉਸ ਨੂੰ ਯੂਜ਼ ਕਰ ਸਕਦੇ। ਅੱਜ ਕੱਲ੍ਹ ਮੈਂਟਲ ਹੈਲਥ ਬੜੀ ਇੱਥੇ ਵਿਦੇਸ਼ਾਂ ਵਿੱਚ ਵੀ ਬੜੀ ਕਿਹਾ ਜਾ ਰਿਹਾ ਹੈ ਕਿ ਬਹੁਤ ਪ੍ਰੋਬਲਮਸ ਆ ਰਹੀਆਂ ਨੇ। ਸੋ ਇਸ ਦੇ ਨਾਲ ਜੇਕਰ ਤੁਸੀਂ ਸਿੱਖਣਾ ਵੀ ਚਾਹੋ ਤੇ ਭਾਈ ਸਾਹਿਬ ਇਹਨਾਂ ਦਾ ਸਿਰਫ ਕੀਰਤਨ ਕਰਨਾ ਨਹੀਂ, ਕੀਰਤਨ ਸਿਖਾਉਣਾ, ਲੈ ਕੇ ਜਾਣਾ, ਗੁਰਮਤਿ ਸੰਗੀਤ ਦੀਆਂ ਵਰਕਸ਼ਾਪਸ ਲਾ ਕੇ ਫਿਰ ਉੱਥੇ ਸੰਗਤ ਵੀ ਕੀਰਤਨ ਕਰਦੀ ਹੈ ਜਦੋਂ ਇਹ ਕਿਤੇ ਵੀ ਜਾਂਦੇ ਨੇ। ਸੋ ਇਹ ਬਹੁਤ ਵਧੀਆ ਉਪਰਾਲਾ ਹੈ। ਵਾਹਿਗੁਰੂ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ, ਇਸੇ ਤਰ੍ਹਾਂ ਅੱਗੇ ਹੋਰ ਵੀ ਦੁਨੀਆ ਵਿੱਚ ਜਾ ਕੇ ਸਾਰੇ ਕੀਰਤਨ ਦਾ ਜਿਹੜਾ ਹੈ ਮੈਸੇਜ, ਕੀਰਤਨ ਜਿਹੜਾ ਹੈ ਸਿਖਾ ਸਕਣ ਸਾਰਿਆਂ ਨੂੰ ਨਾਲ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ, ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਅਸੀਂ ਤੁਹਾਡੇ ਨਾਲ ਗੱਲਬਾਤ ਕਰ ਸਕੇ। ਜ਼ਰੂਰ ਅੱਗੇ ਵੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਜਿਹੜੀ ਗੁਰਮਤਿ ਸੰਗੀਤ ਦੀ ਜਿਹੜੀ ਵਿਰਾਸਤ ਹੈ ਉਹਦੇ ਬਾਰੇ ਗੱਲ ਕਰਨ ਦੇ ਲਈ ਆਪ ਜੀ ਨੇ ਮੌਕਾ ਦਿੱਤਾ ਹੈ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਇਹ ਸੀਗੇ ਉਸਤਾਦ ਭਾਈ ਸਤਨਾਮ ਸਿੰਘ ਜੀ, ਜੋ ਕਿ ਰਬਾਬ, ਕਈ ਸਤਨਾਮ ਸਿੰਘ ਰਬਾਬੀ ਵੀ ਕਹਿੰਦੇ ਨੇ, ਤੇ ਉਹਨਾਂ ਨੇ ਸਾਨੂੰ ਕੁਝ ਰਬਾਬ ਵੀ ਸੁਣਾਇਆ। ਆਪਣੇ ਜਿਹੜੇ ਸੰਖੇਪ ਵਿੱਚ ਜਿਹੜੀ ਹੈ ਜਾਣਕਾਰੀ ਬਹੁਤ ਦਿੱਤੀ ਹੈ, ਪਰ ਹੋਰ ਵੀ ਬਹੁਤ ਅਸੀਂ ਜਾਣਕਾਰੀ ਉਹਨਾਂ ਤੋਂ ਲੈ ਸਕਦੇ ਨੇ। ਤੇ ਆਪ ਸਭ ਦਾ ਇਸ ਪ੍ਰੋਗਰਾਮ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।